बिस्मिल्लाहिर्रहमानिर्रहीम अस्सलाम वालेकुम मेरे सोने सज्जनों ते मित्रों सन न्यूज़ ਦੇ ਨਾਲ ਤੁਹਾਡਾ ਆਪਣਾ ਗੈਰ ਰਵਾਇਤੀ ਮੇਜ਼ਬਾਨ ਆਰਜੇ ਹਮਨੇ ਤੁਹਾਨੂੰ ਖੁਸ਼ਾਮਦੀਦ ਕਹਿੰਦਾ ਹੈ ਪ੍ਰੋਗਰਾਮ ਇਨਸਾਈਡਰ ਮੈਨ ਦੇ ਵਿੱਚ ਅਬਦੁਲ ਸਤਾਰ ਖਾਨ ਸਾਹਿਬ ਮੇਰੇ ਨਾਲ ਮੌਜੂਦ ਹੁੰਦੇ ਨੇ ਇਨਸਾਈਡਰ ਮੈਨ ਦੇ ਵਿੱਚ ਤੇ ਤੁਹਾਨੂੰ ਪਤਾ ਮੈਂ ਬੜਾ ਗੈਰ ਰਵਾਇਤੀ ਜਿਹਾ ਬੰਦਾ ਠੀਕ ਹੈ ਮੈਂ ਆਮ ਕਰੰਟ ਅਫੇਅਰਸ ਦੇ ਸ਼ੋਅ ਦੀ ਤਰ੍ਹਾਂ ਪ੍ਰੋਗਰਾਮ ਨਹੀਂ ਕਰਦਾ ਮੇਰੇ ਪ੍ਰੋਗਰਾਮ ਦਾ ਥੀਮ ਹੋਰ ਹੁੰਦਾ ਮਤਲਬ ਮੈਂ ਵਿੱਚ ਸ਼ੁਗਰ ਮੇਲਾ ਵੀ ਕਰਾਂਗਾ ਮੈਂ ਵਿੱਚ ਫੈਕਟਸ ਵੀ ਡਿਸਕਸ ਕਰਾਂਗਾ ਖਾਨ ਸਾਹਿਬ ਫੈਕਟਸ ਡਿਸਕਸ ਕਰਾਂਗੇ ਤੇ ਆਪਾਂ ਜਾਵਾਂਗੇ ਗੈਰ ਰਵਾਇਤੀ ਮੁਅੱਜ਼ਜ਼ ਖਵਾਤੀਨੋ ਹਜ਼ਰਾਤ ਅੱਜ ਦਾ ਪ੍ਰੋਗਰਾਮ ਬੜਾ ਦਿਲਚਸਪ ਹੋਣ ਵਾਲਾ ਲੇਕਿਨ ਮੈਂ ਇਸ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਹੋਣ ਲੱਗਾ ਉਹਨਾਂ ਨੂੰ ਅਸੀਂ ਰਜੂ ਕੀਤਾ ਉਹਨਾਂ ਦੇ ਨਾਲ ਕਿ ਜੇ ਤੁਸੀਂ ਆਪਣਾ ਮੌਕਫ ਦੇਣਾ ਤੇ ਆ ਜਾਓ ਈਮੇਲਾਂ ਕੀਤੀਆਂ ਲੈਟਰ ਭੇਜੇ ਵਟਸਐਪ ਕੀਤਾ ਕੋਈ ਜਵਾਬ ਸਾਨੂੰ ਮੌਸੂਲ ਨਹੀਂ ਹੋਇਆ ਠੀਕ ਹੈ ਤੇ ਫਿਰ ਅਸੀਂ ਕਿਹਾ ਯਾਰ ਹੁਣ ਕੀ ਕਰ ਸਕਦੇ ਹਾਂ ਫੈਕਟਸ ਤੇ ਤੁਹਾਡੇ ਨੂੰ ਅਸਾਂ ਫਰਹਾਮ ਕਰਨੇ ਨੇ ਲੋ ਜੀ ਸੋਹਣਿਓ ਸੱਜਣੋ ਤੇ ਮਿੱਤਰੋ ਹੁੰਦਾ ਹੈ ਵੇ ਕਿ ਲੈਸਕੋ ਇੱਕ ਇਹੋ ਜਿਹਾ ਇਦਾਰਾ ਹੈ ਜਿਹਦੀ ਜ਼ਰੂਰਤ ਸਾਰਿਆਂ ਨੂੰ ਹੈ ਮੈਨੂੰ ਵੀ ਹੈ ਤੁਹਾਨੂੰ ਵੀ ਹੈ ਇਹ ਟਿਮਟਿਮਾਉਂਦੀਆਂ ਬਿਜਲੀਆਂ ਚੱਲਣ ਦਈਆਂ ਨੇ ਇਹ ਕੈਮਰਾ ਚੱਲਣ ਦਿਆ ਬਿਜਲੀ ਨਾ ਭਾਣ ਸਾਰਿਆਂ ਨੂੰ ਜ਼ਰੂਰਤ ਹੈ ਠੀਕ ਹੈ ਲੈਸਕੋ ਦੀ ਲੇਕਿਨ ਹੁਣ ਲੈਸਕੋ ਇੱਕ ਇਹੋ ਜਿਹਾ ਇਦਾਰਾ ਜਿਹੜਾ ਆਈ ਵੁੱਡ ਸੇ ਕੌਮ ਨੂੰ ਫੈਸਿਲਿਟੇਟ ਕਰਨ ਦੇ ਵਿੱਚ ਇਹਨੂੰ ਪੇਸ਼ ਹੋਣਾ ਚਾਹੀਦਾ ਲੇਕਿਨ ਲੈਸਕੋ ਦੇ ਬਾਰੇ ਕੁਝ ਚੰਗੀਆਂ ਖਬਰਾਂ ਨਹੀਂ ਆਈਆਂ ਔਨ ਦੀ ਅਦਰ ਹੈਂਡ ਮੈਂ ਜ਼ਿਕਰ ਕਰਾਂ FIA ਦੀ ਹੁਣ FIA ਪਾਕਿਸਤਾਨ ਦਾ ਇੱਕ ਬਹੁਤ ਇੰਪੋਰਟੈਂਟ ਇਦਾਰਾ FIA ਦੇ ਬਾਰੇ ਪਹਿਲਾਂ ਵੀ ਕੁਝ ਖਬਰਾਂ ਸਾਹਮਣੇ ਆਉਂਦੀਆਂ ਰਹੀਆਂ ਕਿ ਕਰਪਸ਼ਨ ਜਾਂ ਸਮਥਿੰਗ ਲਾਈਕ ਦਿਸ ਵੇਖੋ ਗੰਦੇ ਆਂਡੇ ਜਿਹੜੇ ਨੇ ਨਾ ਉਹ ਹਰ ਆਰਗੇਨਾਈਜੇਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਵਜ੍ਹਾ ਤੋਂ ਮੈਂ ਪੂਰੀ FIA ਨੂੰ ਗਲਤ ਨਹੀਂ ਕਹਾਂਗਾ ਲੇਕਿਨ ਇਹ ਗੱਲ ਯਾਦ ਰੱਖਣਾ ਇਹ ਗੰਦੀਆਂ ਮਛਲੀਆਂ ਪੂਰਾ ਤਲਾਬ ਗੰਦਾ ਕਰ ਦਿੰਦੀਆਂ ਨੇ ਲੋ ਜੀ ਖਵਾਤੀਨੋ ਹਜ਼ਰਾਤ ਇੱਕ ਖਤ ਲਿਖਿਆ ਜਾਂਦਾ ਇੱਕ ਡਾਕੂਮੈਂਟ ਲਿਖਿਆ ਜਾਂਦਾ 50 ਪੇਜਸ ਦਾ ਤੇ ਉਹ ਭੇਜਿਆ ਜਾਂਦਾ PM ਹਾਊਸ ਤੋਂ ਠੀਕ ਹੈ PM ਆਫਿਸ ਤੋਂ PM ਆਫਿਸ ਦਾ ਮਤਲਬ ਹੈ ਵੇ ਕਿ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਤੋਂ ਸੈਕਟਰੀ ਇੰਟੀਰੀਅਰ ਡਿਵੀਜ਼ਨ ਤੇ ਸੈਕਟਰੀ ਸਟੈਬਲਿਸ਼ਮੈਂਟ ਡਿਵੀਜ਼ਨ ਠੀਕ ਹੈ ਇਸ ਡਾਕੂਮੈਂਟ ਦੇ ਉੱਤੇ ਸਾਈਨ ਹੁੰਦੇ ਨੇ ਅਸਦ ਰਹਿਮਾਨ ਗਿਲਾਨੀ ਸਾਹਿਬ ਦੇ ਜਿਹੜੇ ਸੈਕਟਰੀ ਟੂ PM ਨੇ ਉਹਨਾਂ ਦੇ ਸਿਗਨੇਚਰ ਮੌਜੂਦ ਨੇ ਤੇ ਇਸ ਡਾਕੂਮੈਂਟ ਦੇ ਵਿੱਚ 44 ਬੰਦਿਆਂ ਦਾ ਨਾਮ ਮੌਜੂਦ ਹੈ ਜਿਨ੍ਹਾਂ ਦੇ ਵਿੱਚੋਂ 14 FIA ਦੇ ਤੇ 30 ਲੈਸਕੋ ਦੇ ਨੇ ਜਿਨ੍ਹਾਂ ਦੇ ਖਿਲਾਫ ਮੁਬੱਯਨਾ ਕਰਪਸ਼ਨ ਦੀ ਕਾਰਵਾਈ ਦੇ ਵਾਸਤੇ ਹੁਕਮ ਦਿੱਤਾ ਗਿਆ ਕਿ ਜੀ ਇਨਕੁਆਇਰੀ ਲਾਓ ਤੇ ਇਹਨਾਂ ਕੋ ਪੁੱਛਗਛ ਕਰੋ ਹੁਣ ਸੈਕਟਰੀ ਇਸਟੈਬਲਿਸ਼ਮੈਂਟ ਡਿਵੀਜ਼ਨ ਸੈਕਟਰੀ ਇੰਟੀਰੀਅਰ ਡਿਵੀਜ਼ਨ ਦੀ ਜਿਹੜੀ ਜ਼ਿੰਮੇਵਾਰੀ ਸੀ ਉਹ ਇਹ ਸੀ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਤੁਸੀਂ ਐਕਸ਼ਨ ਲਵੋ ਤੇ ਰਿਪੋਰਟ ਤਲਬ ਕਰੋ ਕਿਊਰੀ ਕਰੋ ਕਿ ਕਰਪਸ਼ਨ ਕਿਉਂ ਹੋਈ ਕਿੱਥੇ ਹੋਈ ਤੇ ਐਸਟੈਬਲਿਸ਼ਮੈਂਟ ਡਿਵੀਜ਼ਨ ਦੀ ਜ਼ਿੰਮੇਵਾਰੀ ਸੀ ਚੈੱਕ ਐਂਡ ਬੈਲੈਂਸ ਇਹਨਾਂ ਤੇ ਮੇਨਟੇਨ ਰੱਖਣਾ ਜੇ ਇਨਕੁਆਇਰੀ ਹੁੰਦੀ ਆ ਨਹੀਂ ਹੁੰਦੀ ਹੈ ਕਿਤੇ ਹੋਰ ਤਾਇਨਾਤ ਹੋ ਜਾਂਦੇ ਨੇ ਇਹ ਤਮਾਮ ਤਰਫ ਸਰਾਂ FIA ਦੇ ਵੀ ਤੇ ਲੈਸਕੋ ਦੇ ਵੀ ਤੇ ਇਹਨਾਂ ਦੇ ਉੱਤੇ ਚੈੱਕ ਐਂਡ ਬੈਲੈਂਸ ਰੱਖਿਆ ਜਾਵੇ ਲੇਕਿਨ ਆਵੇ ਦਾ ਆਵਾ ਪਾਕਿਸਤਾਨ ਦਾ ਵਿਗੜਿਆ ਮੈਂ ਕੀ ਇੱਥੇ ਕਹਿ ਸਕਦਾ ਅਗੇਨ ਮੈਂ ਪ੍ਰੋਗਰਾਮ ਬਾਕਾਇਦਾ ਇਹਦਾ ਆਗਾਜ਼ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਕਹਿੰਦਾ ਚੱਲਾਂ ਕਿ ਅਸੀਂ FIA ਨਾਲ ਵੀ ਰਜੂ ਕੀਤੀ ਅਸੀਂ ਲੈਸਕੋ ਨਾਲ ਵੀ ਰਜੂ ਕੀਤੀ ਕਿ ਇਹ ਜਿਹੜੀ ਕੰਬਾਈਨ ਖਿਚੜੀ ਹੈ ਕਰਪਸ਼ਨ ਦੀ ਖਿਚੜੀ ਹੈ ਮੁਬੱਯਨਾ ਕਰਪਸ਼ਨ ਇਹਦਾ ਕੋਈ ਤੁਸੀਂ ਆਪਣਾ ਮੌਕਫ ਦੇਣਾ ਚਾਹੁੰਦੇ ਤੇ ਆਓ ਅਸੀਂ ਤੁਹਾਨੂੰ ਦਾਵਤ ਦਿੰਦੇ ਹਾਂ ਸਾਨੂੰ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ ਉਹ ਤੋਂ ਬਾਅਦ ਅਸੀਂ ਪ੍ਰੋਗਰਾਮ ਕਰਨ ਲੱਗਿਆ ਖਾਨ ਸਾਹਿਬ ਇਹ ਡਾਕੂਮੈਂਟ ਜਿਹੜਾ 50 ਪੇਜਸ ਦਾ ਆਇਆ PM ਆਫਿਸ ਤੋਂ ਇਹ ਡਾਕੂਮੈਂਟ ਕੀ ਸੀ ਤੇ ਇਹਦੇ 'ਚ ਜ਼ਿਕਰ ਕੀ ਸੀਗਾ 50 ਸਫ਼ੇ ਦਾ ਡਾਕੂਮੈਂਟ ਵਜ਼ੀਰ ਆਜ਼ਮ ਆਫਿਸ ਤੋਂ ਜਾਰੀ ਹੁੰਦਾ ਹੈ ਸੈਕਟਰੀ ਇੰਟੀਰੀਅਰ ਡਿਵੀਜ਼ਨ ਨੂੰ ਤੇ ਸੈਕਟਰੀ ਸਟੈਬਲਿਸ਼ਮੈਂਟ ਡਿਵੀਜ਼ਨ ਠੀਕ ਹੈ ਹੁਣ ਉਹਦੇ 14 FIA ਦੇ ਅਫਸਰਾਨ ਤੇ 30 ਲੈਸਕੋ ਦੇ ਅਫਸਰਾਨ ਤੇ 50 ਦੇ 50 ਸਫ਼ੇ ਥੋੜੇ ਨਹੀਂ ਹੁੰਦੇ ਇੰਨਾ ਵੱਡਾ ਥੱਦਾ ਬਣ ਜਾਂਦਾ 50 ਸਫ਼ਿਆਂ ਦੇ ਵਿੱਚ ਦੱਸਿਆ ਹੈ ਕਿ ਇਹ ਮੁਬੱਯਨਾ ਤੌਰ ਤੇ ਕਰਪਸ਼ਨ ਕਰਦੇ ਰਹੇ ਨੇ ਇਹ ਕਰਪਸ਼ਨ ਦੀ ਦਾਸਤਾਨ ਪ੍ਰਾਈਮ ਮਿਨਿਸਟਰ ਆਫਿਸ ਤੋਂ ਲੈਟਰ ਦੀ ਸ਼ਕਲ ਵਿੱਚ ਜਾਰੀ ਹੁੰਦੀ ਸੈਕਟਰੀ ਇੰਟੀਰੀਅਰ ਡਿਵੀਜ਼ਨ ਕੋ ਜਾਂਦੀ ਤੇ ਸੈਕਟਰੀ ਐਸਟੈਬਲਿਸ਼ਮੈਂਟ ਡਿਵੀਜ਼ਨ ਕਰਪਸ਼ਨ ਕਰਦੇ ਰਹੇ ਨੇ ਦੋਵਾਂ ਰਲ ਕੇ FIA ਤੇ ਲੈਸਕੋ ਉਹ ਹੋਇਆ ਕੀ ਮੈਂ ਦੱਸਣਾ ਕਿ ਇਹ ਹੋਇਆ ਹਕੂਮਤ ਨੇ ਫੈਸਲਾ ਕੀਤਾ ਕਿ ਲੈਸਕੋ ਵਿੱਚ ਕਰਪਸ਼ਨ ਬਹੁਤ ਹੈਗੀ ਠੀਕ ਹੈ ਤੇ ਬਿਜਲੀ ਤੇ ਬੱਤੀ ਦੀ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਹਕੂਮਤ ਦੇ ਬਾਰੇ 'ਚ ਤਾਸਰਾ ਉੜਦੇ ਨੇ ਨਾਕਾਮ ਹੋ ਗਈ ਕਾਮਯਾਬ ਹੋ ਗਈ ਜੇ ਕੰਮ ਚੰਗਾ ਹੋਏਗਾ ਤੇ ਕਹਿਣਗੇ ਕਾਮਯਾਬ ਹੋ ਗਈ ਤੇ ਜੇ ਨਾਕਾਮ ਹੋ ਗਏ ਤੇ ਕਹਿਣਗੇ ਨੇ ਹਕੂਮਤ ਹੀ ਨਾਕਾਮ ਹੋ ਗਈ
ਉਹਨਾਂ ਨੇ ਕੀ ਕੀਤਾ, ਹਕੂਮਤ ਨੇ ਕੀ ਕੀਤਾ, FIA ਦੀ ਡਿਊਟੀ ਲਾਤੀ। FIA ਦੇ 14 ਅਫਸਰਾਨ ਦੀ ਡਿਊਟੀ ਲੱਗੀ, ਅਫਸਰਾਨ ਦੀ ਤੇ ਮੁਲਾਜ਼ਮੀਨ ਦੀ ਡਿਊਟੀ ਲੱਗੀ ਕਿ ਤੁਸੀਂ ਲੈਸਕੋ ਤੇ ਚੈੱਕ ਰੱਖੋਗੇ, ਠੀਕ ਹੈ, ਕਿ ਲੈਸਕੋ 'ਚ ਕਰਪਸ਼ਨ ਨਾ ਹੋਵੇ। ਠੀਕ ਹੈ। ਡਿਊਟੀ ਤੇ ਇਹ ਲੱਗੀ ਸੀ ਕਿ ਅੱਗੋਂ ਫਿਰ ਤੁਸੀਂ ਇਨਕੁਆਇਰੀ ਕਰਨੀ ਹੋਏਗੀ, ਅਰੈਸਟ ਕਰਨਾ ਹੋਏਗਾ, ਡਿਪਾਰਟਮੈਂਟਲ ਰੈਫਰੈਂਸ ਭੇਜਣਾ ਹੋਵੇਗਾ, ਡਿਸਪਲਿਨਰੀ ਐਕਸ਼ਨ ਲੈਣਾ ਹੋਵੇਗਾ, ਜੋ ਵੀ ਕਰਨਾ ਹੋਵੇਗਾ, ਲੇਕਿਨ ਕਰਪਸ਼ਨ ਨਹੀਂ ਹੋਣੀ ਚਾਹੀਦੀ ਲੈਸਕੋ 'ਚ। ਠੀਕ ਹੈ। ਉਹ FIA ਨੇ ਕੀ ਕੀਤਾ, ਉਹ FIA ਜਿਹਨੂੰ ਚੈਕਿੰਗ ਵਾਸਤੇ ਲਾਇਆ ਗਿਆ ਸੀ ਲੈਸਕੋ ਦੇ ਉੱਤੇ, FIA ਰਲ ਗਈ ਲੈਸਕੋ ਦੇ ਨਾਲ ਕਿ ਜਿਹੜਾ ਤੁਸੀਂ ਇਕੱਲੇ ਕੰਮ ਕਰਦੇ ਹੋ ਨਾ, ਹੁਣ ਸਾਡੇ ਨਾਲ ਰਲ ਕੇ ਕਰੋ। ਠੀਕ ਹੈ। ਜਿਹੜੀ ਕਰਪਸ਼ਨ ਮੁਬੱਯਨਾ ਤੌਰ ਤੇ ਕਰਪਸ਼ਨ ਹੈਗੀ ਏ, ਤੁਸੀਂ ਵੀ ਖਾਓ ਤੇ ਸਾਨੂੰ ਵੀ ਖਵਾਓ। ਉਹਦੇ ਵਿੱਚ ਹੋਇਆ ਇੰਝ ਕਿ ਜਦੋਂ ਇਹ ਚੀਜ਼ ਹੁੰਦੀ ਨਾ ਤੇ ਇਹ ਫੈਸਿਲੀਟੇਟ ਹੁੰਦੀ। ਫੈਸਿਲੀਟੇਟ ਕਿਸ ਤਰ੍ਹਾਂ ਦੀ ਹੁੰਦੀ, ਆਮ ਬੰਦਾ ਜਿਹੜਾ ਇਸ ਮੁਲਕ ਵਿੱਚ ਰਹਿਣ ਵਾਲਾ, ਲੈਸਕੋ ਦੇ ਹਦੂਦ ਦਰਬੇ ਜਿਹੜੇ ਲੋਕ ਆਉਂਦੇ ਨਾ, ਜੇ ਬੱਤੀ ਦੀ ਲੋੜ ਵਾਸਤੇ ਲੈਸਕੋ ਤੇ ਆਉਂਦੇ, ਉਹਨਾਂ ਦਾ ਤੇ ਪਹਿਲੇ ਹੀ ਕੋਈ ਵਾਲੀ ਵਾਰਸ ਨਹੀਂ ਸੀ। ਫਿਰ ਬਾਈ ਜੇ ਸਮਝੋ ਕਿ ਜਿਹੜਾ ਥੋੜਾ ਬਹੁਤ ਰਹਿ ਗਿਆ ਹੋਵੇ, ਉਹ ਵਾਲੀ ਵਾਰਸ, ਉਹ ਵੀ ਯਤੀਮ ਹੋ ਗਏ। ਉਹਦੇ ਚ ਹੋਇਆ ਇੰਝ ਕਿ ਜਦੋਂ ਇਹ ਰਲੇ ਨੇ ਤੇ ਰਲ ਕੇ ਜੋ ਕੰਮ ਪੈਂਦਾ ਨਾ, ਉਹ ਰਲ ਕੇ ਕੰਮ ਇਹ ਪੈਂਦਾ ਕਿ ਲੈਸਕੋ ਦਾ ਜਿਹੜਾ ਲੋਅਰ ਸਟਾਫ ਹੈਗਾ, ਇਹ ਮੈਂ ਸਾਰੀ ਦੀ ਸਾਰੀ ਚੀਜ਼ਾਂ ਜਿਹੜੀ ਪ੍ਰਾਈਮ ਮਿਨਿਸਟਰ ਆਫਿਸ ਦਾ ਲੈਟਰ ਹੈਗਾ, ਇਹ ਉਹ ਮੈਂ ਗੱਲਾਂ ਕਰਨਾ ਪਿਆ, ਮੈਂ ਕੋਈ ਆਪਣੇ ਕੋਲੋਂ ਨਹੀਂ ਕਰਦਾ ਪਿਆ। ਠੀਕ ਹੈ। ਇਹ ਲੈਸਕੋ ਦਾ ਲੋਅਰ ਸਟਾਫ ਜਿਹੜਾ ਮੀਟਰ ਰੀਡਰ ਆ ਜਾਂਦਾ, ਲਾਈਨ ਸੁਪਰਡੈਂਟ ਆ ਜਾਂਦਾ, ਅੰਡਰ ਦੀ ਸੁਪਰਵਿਜ਼ਨ ਆਫ ਲੈਸਕੋ ਹਾਈ ਅਪਸ। ਠੀਕ ਹੈ। ਠੀਕ ਹੈ। ਉਹ ਇੰਡਲਜ ਹੁੰਦੇ ਨੇ ਪੂਰੇ ਜਸਤੂਜੇ ਦੇ ਨਾਲ। ਪਹਿਲੇ ਉਹਨਾਂ ਦੀ ਇੰਨੀ ਹਿੰਮਤ ਨਹੀਂ ਸੀ, ਲੇਕਿਨ ਹੁਣ ਪੂਰੀ ਹਿੰਮਤ ਦੇ ਨਾਲ ਉਹ ਉਹਦੇ 'ਚ ਜੁੱਤ ਜਾਂਦੇ ਨੇ ਕਿ FIA ਵੀ ਰਲ ਗਈ, ਜਿਹਨੇ ਸਾਨੂੰ ਫੜਨਾ ਸੀ ਉਹ ਸਾਡੇ ਨਾਲ ਰਲ ਗਈ। ਤੇ ਫਿਰ ਇਹ ਇਲੈਕਟ੍ਰਿਸਿਟੀ ਥੈਫਟ, ਬਿਜਲੀ ਦੀ ਚੋਰੀ, ਡਾਇਰੈਕਟ ਹੁਕਿੰਗ ਕੀ ਹੁੰਦੀ? ਡਾਇਰੈਕਟ ਹੁਕਿੰਗ ਹੁੰਦੀ ਨਾ ਕਿ ਤਾਰ ਪਾਈ ਤੇ ਬਗੈਰ ਮੀਟਰ ਦੇ, ਬਗੈਰ ਪੈਸੇ ਦੇ ਕਰ ਲਿਆ, ਕੁੰਡਾ ਲਾ ਲਿਆ ਤੇ ਕੰਮ ਚਲਾ ਲਿਆ। ਠੀਕ ਹੈ। ਮੀਟਰ ਟੈਂਪਰਿੰਗ, ਉਹ ਤੇ ਇੰਸਟਾਲੇਸ਼ਨ ਆਫ ਬੋਗਸ ਮੀਟਰਸ, ਓਵਰ ਬਿਲਿੰਗ, ਫੇਕ ਰਿਡਕਸ਼ਨ ਇਨ ਲਾਈਨ ਲਾਸਿਸ। ਹੁਣ ਇਹ ਕੀ ਕਰਦੇ ਪਏ ਸਨ ਕਿ ਇਹਨਾਂ ਨੂੰ ਪਤਾ ਕਿ ਜਿਨ੍ਹਾਂ ਨੇ ਸਾਨੂੰ ਫੜਨਾ ਸੀ ਉਹ ਤੇ ਸਾਡੇ ਨਾਲ ਰਲ ਗਏ ਨੇ, ਤੇ ਕੰਮ ਤੇ ਆਸਾਨ ਹੋ ਗਿਆ ਨਾ। ਫਿਰ ਜੋ ਪ੍ਰਾਈਮ ਮਿਨਿਸਟਰ ਆਫਿਸ ਦਾ ਲੈਟਰ ਕਹਿੰਦਾ ਹੈ, ਉਹਦੇ ਤੋਂ ਪੜ੍ਹ ਕੇ ਨਾ ਜ਼ਿਆਦਾ ਤਕਲੀਫ ਹੁੰਦੀ ਹੈ ਕਿ ਯਾਰ ਕਿਸ ਤਰ੍ਹਾਂ ਦੀ ਕਰਪਸ਼ਨ ਸਾਨੂੰ ਦੱਸੀ ਜਾ ਰਹੀ, ਜਿਹਦਾ ਸਾਨੂੰ ਨਹੀਂ ਪਤਾ। ਆਫੀਸ਼ੀਅਲ ਲੈਟਰ ਦਾ ਮਤਲਬ ਕੀ ਹੁੰਦਾ ਕਿ ਜਦੋਂ ਉਹ ਕੋਈ ਕਰਪਸ਼ਨ ਦੀ ਗੱਲ ਕਰੇ ਨਾ, ਤੇ ਉਹਦੇ ਵਿੱਚ ਸਬੂਤ ਹੁੰਦਾ ਹੈ, ਐਵੀਡੈਂਸ ਹੁੰਦਾ ਹੈ, ਰਿਕਾਰਡ ਦੇ ਬੇਸ ਤੇ ਹੁੰਦੀ ਗੱਲ। ਇਹ ਇਸ ਤਰ੍ਹਾਂ ਕਿ ਦੋ ਬੰਦੇ ਆਪਸ ਵਿੱਚ ਬੈਠੇ ਨੇ, ਇੱਕ ਦੇ ਇਲਜ਼ਾਮ ਲਾਇਆ ਤੇ ਕੱਢਦਾ, ਹਕੂਮਤ ਦੇ ਉੱਤੇ ਸ਼ੁਰੂ ਹੋ ਗਏ, ਆਪੋਜੀਸ਼ਨ ਦੇ ਉੱਤੇ ਸ਼ੁਰੂ ਹੋ ਗਏ, ਕਿਸੇ ਮਹਿਕਮੇ ਦੇ ਸ਼ੁਰੂ ਹੋ ਗਏ, ਉਹਨਾਂ ਕੋਲ ਹਾਰਡ ਕੋਰ ਐਵੀਡੈਂਸ ਨਹੀਂ ਹੁੰਦਾ। ਇਸ ਲੈਟਰ ਦੇ ਵਿੱਚ ਜਿਨ੍ਹਾਂ ਅਫਸਰਾਨ ਦੇ ਨਾਂ ਸਨ, ਉਹ ਕੌਣ ਸਨ? ਅੱਛਾ, ਪਹਿਲੇ ਤਾਂ ਮੈਂ ਦੱਸਾਂਗਾ ਕਿ FIA ਦੇ 14 ਅਫਸਰਾਨ ਤੇ ਮੁਲਾਜ਼ਮੀਨ, ਅਹਿਲਕਾਰ, ਵੱਡੇ ਰੈਂਕ ਤੋਂ ਛੋਟੇ ਰੈਂਕ। ਠੀਕ ਹੈ। ਸਭ ਤੋਂ ਉੱਤੇ ਇਹ ਮੁਬੱਯਨਾ ਤੌਰ ਤੇ ਸਾਨੂੰ ਲਫ਼ਜ਼ ਇਸਤੇਮਾਲ ਕਰਨਾ ਪੈ ਰਿਹਾ, ਮੁਬੱਯਨਾ ਤੌਰ ਤੇ ਪ੍ਰਾਈਮ ਮਿਨਿਸਟਰ ਆਫਿਸ ਦਾ ਲੈਟਰ, ਮੁਬੱਯਨਾ ਤੌਰ ਤੇ ਇਹਨਾਂ ਦੀ ਕਰਪਸ਼ਨ ਦੇ ਬਾਰੇ ਸਾਨੂੰ ਪ੍ਰਾਈਮ ਮਿਨਿਸਟਰ ਆਫਿਸ ਦਾ ਲੈਟਰ ਦੱਸਦਾ ਪਿਆ। ਇਹਦੇ 'ਚ ਹੁਣ FIA ਦੇ ਡਾਇਰੈਕਟਰ ਹੈਗੇ ਨੇ ਸਰਫਰਾਜ਼ ਵਿਰਕ ਸਾਹਿਬ, ਉਹਨਾਂ ਦਾ ਨਾਂ ਹੈਗਾ। ਮੀਆਂ ਸਾਬਿਰ ਸਾਹਿਬ ਨੇ ਡਿਪਟੀ ਡਾਇਰੈਕਟਰ FIA, ਉਹਨਾਂ ਦਾ ਨਾਂ ਹੈਗਾ। ਨਈਮ ਅਖਤਰ ਅਸਿਸਟੈਂਟ ਡਾਇਰੈਕਟਰ FIA, ਉਹਨਾਂ ਦਾ ਨਾਂ ਹੈਗਾ। ਜ਼ਮੀਰ ਅਹਿਮਦ ਅਸਿਸਟੈਂਟ ਡਾਇਰੈਕਟਰ FIA, ਉਹਨਾਂ ਦਾ ਨਾਂ ਹੈਗਾ। ਜ਼ੀਸ਼ਾਨ ਖੋਖਰ ਅਸਿਸਟੈਂਟ ਡਾਇਰੈਕਟਰ FIA, ਉਹਨਾਂ ਦਾ ਨਾਂ ਹੈਗਾ। ਮੁਰਤਜ਼ਾ ਬਾਜਵਾ ਇੰਸਪੈਕਟਰ FIA, ਉਹਨਾਂ ਦਾ ਨਾਂ ਹੈਗਾ। ਸ਼ਾਜ਼ੇਬ ਖਾਨ ਇੰਸਪੈਕਟਰ FIA, ਉਹਦਾ ਨਾਂ ਹੈਗਾ। ਨਈਮ ਸਾਜਿਦ ਇੰਸਪੈਕਟਰ FIA, ਨਾਂ ਹੈਗਾ। ਸ਼ਾਜ਼ੇਬ ਇੰਸਪੈਕਟਰ, ਸ਼ੋਜ਼ੇਬ ਹੈਗਾ ਜਿਹਦਾ ਅੱਗੇ ਉਹਦਾ ਨਹੀਂ ਲਿਖਿਆ। ਠੀਕ ਹੈ। ਇਹ ਕੌਣ ਹੈਗਾ? ਇੰਸਪੈਕਟਰ ਹੈਗਾ, ASI ਕੀ ਹੈਗਾ। ਇਹਦੇ ਬਾਅਦ ਆਉਂਦੇ ਨੇ ਸੁਹੇਲ ਸਲਾਮਤ, ਉਹ ASI। ਇਮਤਿਆਜ਼ ਨਿਆਜ਼ੀ ASI। ਤਾਹਿਰ ਕੋਹਲੀ ASI। ਅੰਸਾਰ ਮੱਲੀ, ਇਹਦੇ ਸਾਹਮਣੇ ਵੀ ਜਿਹੜਾ ਕਾਲਮ ਬਣਿਆ ਉਹਦਾ ਨਹੀਂ ਲਿਖਿਆ। ਓਬਵੀਅਸ ਗੱਲ ਹੈ ਇਹ ਵੀ ASI ਹੋਏਗਾ, ਕਿਉਂਕਿ ਪਿਛਲੀ ਲਾਈਨ ASI ਦੀ ਆ ਰਹੀ ਸੀ। ਤੇ ਇਹ 14 ਲੋਕ ਹੈਗੇ ਨੇ FIA ਦੇ, ਜਿਨ੍ਹਾਂ ਦਾ ਉਸ ਰਿਪੋਰਟ ਵਿੱਚ ਨਾਂ ਹੈਗਾ ਮੁਬੱਯਨਾ ਕਰਪਸ਼ਨ ਦੇ ਵਿੱਚ।
ਮਤਲਬ ਕਿ ਖਾਨ ਸਾਹਿਬ ਉੱਤੋਂ ਤੋਂ ਲੈ ਕੇ ਥੱਲੇ ਤੱਕ ਡਾਇਰੈਕਟਰ, ਅਸਿਸਟੈਂਟ ਡਾਇਰੈਕਟਰ, ਡਿਪਟੀ ਡਾਇਰੈਕਟਰ ਤੋਂ ਲੈ ਅੱਛਾ, ਕੇ ਇਹਦੇ 'ਚ ਇੱਕ ਹੋਰ ਇੰਟਰਸਟਿੰਗ ਗੱਲ ਜਿਹੜੀ ਹੈਗੀ ਨਾ, ਇਹ ਵਿੱਚ ਮੈਂ ਇੱਕ ਨਾਮ ਲਿਆ FI ਦੇ ਇੰਸਪੈਕਟਰ ਦਾ, ਹਾਂ ਮੁਰਤਜ਼ਾ ਬਾਜਵਾ ਦਾ। ਹਾਂ ਅੱਛਾ, ਮੁਰਤਜ਼ਾ ਬਾਜਵਾ ਨੂੰ ਰਿਟਾਇਰ ਹੋਏ 4 ਸਾਲ ਹੋ ਗਏ ਨੇ। ਅੱਛਾ, ਰਿਟਾਇਰਡ ਹੋਏ 4 ਸਾਲ ਹੋ ਗਏ ਨੇ। ਠੀਕ ਪ੍ਰਾਈਮ ਹੈ। ਮਿਨਿਸਟਰ ਆਫਿਸ ਦੇ ਲੈਟਰ ਵਿੱਚ ਲਿਖਿਆ ਹੈ ਕਿ ਇਹਨੂੰ ਰਿਟਾਇਰ ਹੋਏ ਨੂੰ 4 ਸਾਲ ਹੋ ਗਏ ਨੇ, ਲੇਕਿਨ ਇਹ ਲੈਸਕੋ ਤੇ FI ਦਰਮਿਆਨ ਨਾ ਇੱਕ ਬ੍ਰਿਜ ਦਾ ਕੰਮ ਕਰਦਾ। ਰਿਟਾਇਰਮੈਂਟ ਤੋਂ ਬਾਅਦ ਵੀ। ਵਾਹ। ਮਤਲਬ ਤੁਸੀਂ ਦੇਖੋ ਨਾ ਕਿ ਇੱਕ ਬੰਦਾ ਜਿਹੜਾ ਹੁਣ ਮੁਲਾਜ਼ਮਤ ਵਿੱਚ ਨਹੀਂ ਗਾ, ਉਹਨੂੰ 4 ਸਾਲ ਹੋ ਗਏ ਨੇ ਰਿਟਾਇਰ ਹੋਏ ਨੇ, ਲੇਕਿਨ ਉਹ ਬ੍ਰਿਜ ਦਾ ਕੰਮ ਕਰਦਾ ਲੈਸਕੋ ਤੇ FI ਦੇ ਦਰਮਿਆਨ। ਵਾਹ, ਮਤਲਬ ਕਿ ਆਵੇ ਦਾ ਆਵਾ ਇੱਥੇ ਵਿਗੜਾ ਪਿਆ। ਹਾਂ ਸਾਹਿਬ, ਇਹ ਤੇ FIA ਦੇ ਤੁਸੀਂ ਅਫਸਰਾਂ ਦਾ ਮੈਨੂੰ ਨਾਂ ਦੱਸਿਆ, ਤੇ ਹੁਣ ਜਿਹੜੇ ਯਾਰ ਬੇਲੀ ਸਨ ਇਹਨਾਂ ਦੇ ਨਾਲ ਲੈਸਕੋ ਵਾਲੇ, ਉਹਨਾਂ ਦੇ ਕੀ ਨਾਂ ਸਨ? ਅੱਛਾ, ਲੈਸਕੋ ਦੇ 30 ਅਫਸਰਾਨ ਹੈਗੇ ਨੇ, ਆਫੀਸ਼ੀਅਲ ਐਂਡ ਅਫਸਰਾਨ, ਜਿਨ੍ਹਾਂ ਦਾ ਨਾਂ ਇਸ ਲੈਟਰ ਵਿੱਚ ਹੈਗਾ। ਠੀਕ ਹੈ। ਮੀਆਂ ਅਫਜ਼ਲ ਹੈਗੇ ਨੇ ਡਾਇਰੈਕਟਰ ਜਨਰਲ ਐਡਮਨ, ਰਿਟਾਇਰ ਹੋਏ ਨੇ 2024 'ਚ। ਠੀਕ ਹੈ। ਰਮਜ਼ਾਨ ਬੱਟ ਸਾਹਿਬ ਹੈਗੇ ਨੇ ਚੀਫ ਇੰਜੀਨੀਅਰ। ਰਾਏ ਅਜ਼ਹਰ ਸਾਹਿਬ ਹੈਗੇ ਨੇ ਮੈਨੇਜਰ। ਰਾਏ ਉਬੈਦੁੱਲਾ ਮਸੂਦ ਹੈਗੇ ਨੇ PRO ਐਂਡ ਆਲਸੋ ਰਿਪੋਰਟਡਲੀ ਉਸ ਲੈਟਰ ਦੇ ਵਿੱਚ ਲਿਖਿਆ, ਰਿਪੋਰਟਡਲੀ ਜੁਆਇੰਟ ਸੈਕਟਰੀ ਕਬੱਡੀ ਫੈਡਰੇਸ਼ਨ ਪੰਜਾਬ। ਵਾਹ। ਨਦੀਮ ਮਲਕ ਸਾਹਿਬ ਐਡੀਸ਼ਨਲ ਚੀਫ ਇੰਜੀਨੀਅਰ ਆਪਰੇਸ਼ਨ। ਜ਼ਫਰੁल्ला ਸੰਗੀ ਮੈਨੇਜਰ ਆਪਰੇਸ਼ਨ। ਜ਼ੁਲਫਿਕਾਰ ਅਲੀ ਬਲੋਚ ਐਡੀਸ਼ਨਲ ਚੀਫ ਇੰਜੀਨੀਅਰ। ਮਲਕ ਜ਼ਾਹਿਦ ਕਯੂਮ ਖੋਖਰ प्रोजेक्ट डायरेक्टर। वाह। मोहम्मद रशीद सुपरिटेंडेंट इंजीनियर। अब्बास अली एडिशनल चीफ इंजीनियर। मोहम्मद सरवर चीफ इंजीनियर। मोहम्मद अली राजा ए जूनियर अफसर SDO, प्रेजेंटली अंडर सस्पेंशन सिंस जुलाई 2024। रब यार डिप्टी मैनेजर एक्सियन। सना मोहम्मद डिप्टी मैनेजर एक्सियन। नासिर अली असिस्टेंट मैनेजर ऑपरेशन SDO। फैसल अशरफ डिप्टी मैनेजर ऑपरेशन एक्सियन। बशारत बशीर डिप्टी मैनेजर। सामेम गौहर डिप्टी मैनेजर ऑपरेशन SDO। आमिर यासीन जनरल मैनेजर टेक्निकल। अनवर बट्टू सुपरिटेंडिंग इंजीनियर एडिशनल मैनेजर ऑपरेशन। इमाद खान डिप्टी डायरेक्टर S&I। राव कामरान शौकत OSD। असगर सुखेरा एक्सियन। अकील जफ़र सुलैरी OSD। मीर मुस्तफ़ा OSD। मोहम्मद मुजम्मिल OSD। फ़याज़ अहमद OSD। जावेद इकबाल एक्सियन। हमादुल्ला इरशाद एक्सियन। नदीम मेमन एक्सियन। ਹੁਣ ਇਹ 30 ਅਫਸਰਾਨ ਹੈਗੇ ਨੇ ਲੈਸਕੋ ਦੇ, ਜਿਨ੍ਹਾਂ ਦਾ ਨਾਂ ਪ੍ਰਾਈਮ ਮਿਨਿਸਟਰ ਆਫਿਸ ਤੋਂ ਜਾਰੀ ਹੋਣ ਵਾਲੇ ਇਸ ਲੈਟਰ ਵਿੱਚ ਹੈਗਾ। ਓਏ ਹੋਏ ਹੋਏ, ਮਤਲਬ ਕਿ ਮੈਂ ਲਿਸਟ ਮੈਂ ਨਾ ਸੁਣ ਰਿਹਾ ਕਿ ਹਰ ਛੋਟੇ ਤੋਂ ਲੈ ਕੇ ਵੱਡੇ ਤੋਂ ਲੈ ਕੇ ਛੋਟੇ ਲੈਵਲ ਤੱਕ ਇਹ ਕਰਪਸ਼ਨ ਜਾਂਦੀ, ਮੁਬੱਯਨਾ ਕਰਪਸ਼ਨ। ਹਾਂ ਸਾਹਿਬ, ਹੁਣ ਇਸ ਮੁਬੱਯਨਾ ਕਰਪਸ਼ਨ ਦੇ ਵਿੱਚ ਕੁਝ ਵੱਡੀਆਂ ਕਾਲੀਆਂ ਕਰਤੂਤਾਂ ਵੀ ਹੋਣਗੀਆਂ, ਭਰੀਆਂ ਪਈਆਂ ਨੇ। ਮੈਂ ਉਹਦੇ 'ਚ ਕੱਢਿਆ, ਮੈਂ ਕਹਿ ਸਪੈਸੀਫਿਕ ਜਿਹਨੂੰ ਹਾਈਲਾਈਟ ਕੀਤਾ ਜਾ ਸਕਦਾ। ਠੀਕ ਹੈ। ਉਂਝ ਤਾਂ ਕਰਪਸ਼ਨ 50 ਸਫ਼ਿਆਂ ਦੇ ਵਿੱਚ ਅਗਰ ਕਰਪਸ਼ਨ ਦੀ ਡਿਟੇਲ ਹੈਗੀ, ਉਹ ਤੇ ਇੰਨੀ ਹੋਣੀ ਕਿ ਬੰਦਾ ਇੰਨੀ ਹੋਣੀ ਹੈ। ਲੇਕਿਨ ਉਹਦੇ ਵਿੱਚ ਜਿਹੜੀ ਚੀਜ਼ਾਂ ਹੈਗੀਆਂ ਜਿਹੜੀ ਮੈਨੂੰ ਕਲਿੱਕ ਕੀਤੀਆਂ ਕਿ ਇਹਨਾਂ ਨੂੰ ਹਾਈਲਾਈਟ ਕਰਨਾ ਚਾਹੀਦਾ, ਉਹਦੇ 'ਚ ਹੈ ਕਿ ਇੱਕ ਸਰਫਰਾਜ਼ ਵਿਰਕ ਸਾਹਿਬ ਜਿਹੜੇ ਡਾਇਰੈਕਟਰ FI ਹੈਗੇ ਨੇ, ਇਹਨਾਂ ਦੀ ਮੁਬੱਯਨਾ ਕਰਪਸ਼ਨ ਦੇ ਹਵਾਲੇ ਦੇ ਨਾਲ ਇੱਕ ਚੀਜ਼ ਜਿਹੜੀ ਮੈਂ ਨੋਟ ਕੀਤੀ ਕਿ ਇਹ ਸਿਕਿਉਰਿਟੀ ਅਫਸਰ ਵੀ ਰਹੇ ਨੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦੇ 2010 ਤੋਂ 2011, ਜਦੋਂ ਯੂਸਫ ਰਜ਼ਾ ਗਿਲਾਨੀ ਸਨ। ਠੀਕ ਹੈ। ਇਹ ਸਿਕਿਉਰਿਟੀ ਅਫਸਰ ਰਹੇ ਨੇ ਸਰਫਰਾਜ਼ ਵਿਰਕ ਸਾਹਿਬ। ਠੀਕ ਹੈ। ਔਰ ਬਾਅਦ ਸਰਫਰਾਜ਼ ਵਿਰਕ ਸਾਹਿਬ DPO ਰਹੇ ਨੇ ਜੇਲਮ, ਮੀਆਂ ਵਾਲੀ, ਬਾਵਲਪੁਰ, ਜੰਗ। ਠੀਕ ਹੈ। ਇਹ DPO ਰਹਿਣਾ ਦਾ ਮਤਲਬ ਹੈ ਕਿ 4 ਵੱਡੇ ਇਲਾਕੇ, ਵੱਡੇ ਡਿਸਟ੍ਰਿਕਟ, ਵੱਡੀ ਰੇਂਜਾਂ, ਉਹਦੇ ਵਿੱਚ ਉਹ DPO। ਫਿਰ SSP ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਲਾਹੌਰ ਵੀ ਰਹੇ ਨੇ। UN ਮਿਸ਼ਨ ਤੇ ਵੀ ਗਏ ਸਨ 2019 'ਚ।
ਇਹਨਾਂ ਦਾ ਇੱਕ ਭਰਾ ਹੈਗਾ ਜਿਹੜਾ ਪੋਸਟਡ ਹੈਗਾ ਐਂਟੀ ਕਰਪਸ਼ਨ ਐਸਟੈਬਲਿਸ਼ਮੈਂਟ ਪੰਜਾਬ ਵਿੱਚ। ਠੀਕ ਹੈ ਨਾ, ਤੇ ਉਹ ਫਰੰਟਮੈਨ ਕਹਿੰਦੇ ਨੇ। ਫਰੰਟਮੈਨ ਅਮੂਮੀ ਤੌਰ 'ਤੇ ਤੁਸੀਂ ਸੁਣਿਆ ਫਰੰਟਮੈਨ ਦਾ ਜ਼ਿਕਰ ਆਉਂਦਾ ਹੈ। ਮੁਖਤਲਿਫ ਪੋਲੀਟੀਸ਼ੀਅਨ ਹੁੰਦੇ ਨੇ, ਰੂਲਰ ਹੁੰਦੇ ਨੇ, ਸਾਬਕਾ ਹੁਕਮਰਾਨ, ਮੌਜੂਦਾ ਹੁਕਮਰਾਨ, ਉਹਨਾਂ ਦੇ ਬਾਰੇ ਕਿਹਾ ਜਾਂਦਾ ਹੈ ਫਰੰਟਮੈਨ ਦਾ ਰੋਲ। ਲੰਮੀ ਚੌੜੀ ਲਿਸਟ ਹੈਗੀ ਕਿ ਫਰੰਟਮੈਨ ਸਰਫਰਾਜ਼ ਵਿਰਕ ਸਾਹਿਬ ਦੇ ਕੌਣ ਹੈਗਾ। ਉਹ ਬੜੀ ਲੰਮੀ ਚੌੜੀ ਉਹ ਬਣਦੀ ਹੈ। ਠੀਕ ਹੈ। ਤੇ ਮੇਰੇ ਖਿਆਲ 'ਚ ਉਹ ਅਗਲੀ ਕਈ ਕਿਸ਼ਤਾਂ 'ਚ ਸ਼ਾਇਦ ਉਹਦਾ ਜ਼ਿਕਰ ਹੋਵੇ। ਮਤਲਬ ਸਰਫਰਾਜ਼ ਵਿਰਕ ਸਾਹਿਬ ਦੇ ਉੱਤੇ ਅਸੀਂ ਪ੍ਰੋਗਰਾਮ ਕਰ ਸਕਦੇ ਹਾਂ ਜ਼ਿਆਦਾ। ਨਹੀਂ, ਸਰਫਰਾਜ਼ ਵਿਰਕ ਸਾਹਿਬ ਤੇ ਮੈਨੂੰ ਮਾਸੂਮ ਲੱਗੇ ਨੇ, ਅੱਗੇ ਬੜੇ ਪੁਰਛੇ ਪਏ ਨੇ। ਅੱਛਾ। ਹਾਂ, ਹੁਣ ਸਰਫਰਾਜ਼ ਵਿਰਕ ਕੋ ਇਹੀ ਹੋ ਗਿਆ ਨਾ ਕਿ ਉਹ ਸਿਕਿਉਰਿਟੀ ਅਫਸਰ ਰਿਹਾ ਪ੍ਰਾਈਮ ਮਿਨਿਸਟਰ ਯੂਸਫ ਰਜ਼ਾ ਗਿਲਾਨੀ ਦਾ, ਤੇ 4 ਜਗ੍ਹਾ ਤੇ ਉਹ DPO ਰਿਹਾ। ਉਹ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਵਿੱਚ ਵੀ ਰਿਹਾ। ਉਹ UN ਮਿਸ਼ਨ ਵਿੱਚ ਵੀ ਗਿਆ। ਕਿੰਨਾ ਅਰਸਾ ਲੰਘ ਗਿਆ। ਸਾਰਾ ਮਾਜ਼ੀ ਹੈਗਾ ਜਿਹੜਾ ਇੱਕ ਪੋਸਟਿੰਗ ਦੇ ਬਾਰੇ ਨਾ ਬੜਾ ਅੱਛਾ ਰਿਹਾ। ਔਰ ਫਿਰ ਲਾਸਟ ਹੈਗਾ ਕਿ ਡਾਇਰੈਕਟਰ FIA ਪੰਜਾਬ ਜ਼ੋਨ। ਇਹ ਹੋਇਆ। ਇਹਦੇ ਵਿੱਚ ਹੁਣ ਇੱਕ ਮੈਂ ਲੈਸਕੋ ਦੇ 5 ਅਫਸਰਾਨ, ਵੱਡੇ ਅਫਸਰਾਨ, ਉਹ 5 ਅਫਸਰਾਨ ਨੇ ਲੈਸਕੋ ਦੇ ਜਿਹੜੇ ਆਲਰੇਡੀ ਇਸ ਖਤ ਤੋਂ ਪਹਿਲੇ ਉਹਨਾਂ ਦੀ ਇੱਕ ਇਨਕੁਆਇਰੀ ਚੱਲਦੀ ਪਈ ਹੈ FIA 'ਚ। ਠੀਕ ਹੈ। ਉਹ 5 ਕੋ ਅਕਿਊਜ਼ਡ ਹੈਗੇ ਨੇ। ਠੀਕ ਹੈ। ਸ਼ਰੀਕੇ ਜੁਰਮ ਨਹੀਂ ਹੁੰਦੇ, ਰਲ ਕੇ ਕਰ ਰਹੇ ਸਨ। FIA 'ਚ ਇਨਕੁਆਇਰੀ ਚੱਲਦੀ ਪਈ ਹੈ। ਹੁਣ ਉਹ ਇਨਕੁਆਇਰੀ ਦਾ ਕੀ ਰਿਜ਼ਲਟ ਆਏਗਾ ਅਲਟੀਮੇਟਲੀ ਜਦੋਂ ਹੋਏਗੀ ਮੁਕੰਮਲ, ਉਹ ਕੀ ਕਹੇਗੀ ਉਹਨੂੰ ਸਾਈਡ ਤੇ। ਇਨਕੁਆਇਰੀ ਕਿਰਤੇ ਚੱਲਦੀ ਪਈ ਕਿ 5 ਅਫਸਰਾਨ ਦੇ ਉੱਤੇ ਇਲਜ਼ਾਮ ਹੈਗਾ ਕਿ ਇਹਨਾਂ ਨੇ ਫਾਈਨੈਂਸ਼ੀਅਲ ਸਕੈਂਡਲ 22 ਕਰੋੜ ਰੁਪਏ ਦਾ। 22 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਸਕੈਂਡਲ ਹੈਗਾ, ਜਿਹਦੇ 'ਚ 5 ਲੈਸਕੋ ਦੇ ਅਫਸਰਾਨ ਮੁਲਵਸ ਹੈਗੇ ਨੇ। ਮੁਬੈਨਾ ਤੌਰ ਤੇ ਇਹ ਹੈਗਾ ਪੈਨਸ਼ਨ ਫਰਾਡ ਇਨ ਅਲਾਮਾ ਇਕਬਾਲ ਟਾਊਨ ਡਿਵੀਜ਼ਨ 2018। ਠੀਕ ਹੈ। ਠੀਕ ਹੈ। ਇਹ ਜਿਹੜੇ 5 ਅਫਸਰਾਨ ਨੇ ਨਾ, ਇਹਨਾਂ 'ਚ ਰਮਜ਼ਾਨ ਭੱਟ ਸਾਹਿਬ ਹੈਗੇ ਨੇ ਚੀਫ ਇੰਜੀਨੀਅਰ। ਠੀਕ ਹੈ। ਮੁਹੰਮਦ ਅਸਗਰ ਸਾਹਿਬ ਨੇ DG ਇੰਪਲੀਮੈਂਟੇਸ਼ਨ। ਨਦੀਮ ਮਲਕ ਸਾਹਿਬ ਨੇ ਐਡੀਸ਼ਨਲ ਚੀਫ ਇੰਜੀਨੀਅਰ ਤੇ GM ਆਪਰੇਸ਼ਨ। ਜ਼ੁਲਫਿਕਾਰ ਅਲੀ ਬਲੋਚ ਹੈਗੇ ਨੇ ਐਡੀਸ਼ਨਲ ਚੀਫ ਇੰਜੀਨੀਅਰ SE, ਤੇ ਮਲਕ ਜ਼ਾਹਿਦ ਕਯੂਮ ਖੋਖਰ ਨੇ ਪ੍ਰੋਜੈਕਟ ਡਾਇਰੈਕਟਰ GSC। ਠੀਕ ਹੈ। ਇਹ 5 ਉੱਤੇ 22 ਕਰੋੜ ਰੁਪਏ ਦੀ ਮੁਬੈਨਾ ਤੌਰ 'ਤੇ ਫਾਈਨੈਂਸ਼ੀਅਲ ਸਕੈਂਡਲਸ ਦਾ ਇਨਕੁਆਇਰੀ ਆਲਰੇਡੀ FIA 'ਚ ਚੱਲਦੀ ਪਈ ਹੈ। 2018 ਦੇ ਕੇਸ ਦੀ ਇਨਕੁਆਇਰੀ। 2018। ਓਏ। ਅੱਛਾ ਖਾਨ ਸਾਹਿਬ, ਇਹ ਤੇ ਤੁਸੀਂ ਮਾਸ਼ਾਅੱਲਾ ਦੱਸਿਆ, ਇਹਨਾਂ ਦਾ ਵੀ ਸਰਫਰਾਜ਼ ਵਿਰਕ ਸਾਹਿਬ ਦਾ ਵੀ। ਮੈਨੂੰ ਇਹ ਦੱਸੋ ਕਿ ਇਹਨਾਂ ਨਾਮਾਂ 'ਚ ਕੌਣ ਲੋਕ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਕੋਈ ਇਨਕੁਆਇਰੀ ਹੈ? ਜਿੱਦਾਂ ਤੁਸੀਂ ਹੁਣੇ ਲੈਸਕੋ ਦਾ ਜ਼ਿਕਰ ਕੀਤਾ ਕਿ ਇਹਨਾਂ 5 ਅਫਸਰਾਂ ਤੇ ਪਹਿਲਾਂ ਵੀ ਇਨਕੁਆਇਰੀਆਂ ਸਨ। ਠੀਕ ਹੈ। 2018 ਦੀ ਕੇਸ ਇਨਕੁਆਇਰੀ ਹੁਣ ਵੀ ਹੋਣ ਦੀ। ਤੇ ਹੋਰ ਮਜ਼ੀਦ ਕਿਹੜੇ ਅਫਸਰ ਨੇ ਇਹਨਾਂ 'ਚੋਂ ਜਿਨ੍ਹਾਂ ਦੇ ਉੱਤੇ ਪਹਿਲਾਂ ਵੀ ਇਨਕੁਆਇਰੀਆਂ ਬੈਠੀਆਂ ਨੇ? ਅੱਛਾ, ਇਹ ਲੈਸਕੋ ਦੇ 18 ਅਫਸਰਾਨ ਨੇ। ਠੀਕ ਹੈ। 18 ਅਫਸਰ ਲੈਸਕੋ ਦੇ ਹੈਗੇ ਨੇ ਜਿਨ੍ਹਾਂ ਤੇ ਪਹਿਲੇ ਵੀ FIR, inquiries, suspension, demotion, withheld demotion, reverted to the earlier or lower post, censured, annual increment stopped, OSD, order not to be posted in field posting or important posting, custody 'ਚ ਵੀ ਰਹੇ, bail 'ਚ ਵੀ ਰਹੇ। ਠੀਕ ਹੈ। ਤੇ ਇਹਨਾਂ ਦਾ ਹੈਗਾ ਕਿ ਇਹ ਜਿਹੜੇ 18 ਲੋਕ ਨੇ ਨਾ, ਇਹਨਾਂ 'ਚ ਜ਼ਫਰੁੱਲਾ ਸੰਗੀ ਸਾਹਿਬ ਆਉਂਦੇ ਨੇ ਮੈਨੇਜਰ ਆਪਰੇਸ਼ਨ। ਠੀਕ ਹੈ। ਮੁਹੰਮਦ ਰਸ਼ੀਦ ਸਾਹਿਬ ਆਉਂਦੇ ਨੇ, ਮੁਹੰਮਦ ਅਲੀ ਰਾਜਾ ਸਾਹਿਬ ਆਉਂਦੇ, ਰਜ਼ਾ ਜੂਨੀਅਰ ਇੰਜੀਨੀਅਰ ਹੈਗੇ ਨੇ, SDO ਹੈਗੇ ਨੇ, ਰੱਬ ਯਾਰ ਹੈਗੇ ਨੇ ਡਿਪਟੀ ਮੈਨੇਜਰ ਐਕਸੀਅਨ। ਠੀਕ ਹੈ। ਆਸਿਫ ਖਾਨ ਹੈਗੇ ਨੇ ਡਿਪਟੀ ਮੈਨੇਜਰ S&I। ਰਾਓ ਕਾਮਰਾਨ ਸ਼ੌਕਤ ਹੈਗੇ ਨੇ OSD ਹੈਗੇ ਨੇ, ਅਸਗਰ ਸੁਖੇਰਾ ਐਕਸੀਅਨ, ਅਕੀਲ ਜ਼ਫਰ ਸੁਲੈਰੀ OSD, ਮੀਰ ਮੁਸਤਫਾ OSD, मोहम्मद मुजम्मिल OSD, नासिर अली चीफ ऑफिसर, फैसल अशरफ डिप्टी मैनेजर ऑपरेशंस एक्सियन, बशारत बशीर डिप्टी मैनेजर, अनवर बट्टू सुपरिटेंडिंग इंजीनियर एडिशनल मैनेजर ऑपरेशंस,
ਫਯਾਜ਼ ਅਹਿਮਦ OSD, ਜਾਵੇਦ ਇਕਬਾਲ ਐਕਸੀਅਨ, ਹਮਾਦੁੱਲਾ ਇਰਸ਼ਾਦ ਐਕਸੀਅਨ, ਨਦੀਮ ਮੇਮਨ ਐਕਸੀਅਨ। ਠੀਕ ਹੈ। ਇਹ ਉਹ ਲੋਕ ਨੇ ਕਿ ਜਿਨ੍ਹਾਂ ਦੇ ਉੱਤੇ ਪਹਿਲੇ ਵੀ ਮਸਾ ਇਨਕੁਆਇਰੀ ਹੈਗੀ ਹੈ, FIR ਵੀ ਰਜਿਸਟਰ ਹੋਈ, ਸਸਪੈਂਸ਼ਨ ਹੋਈ, ਡਿਪਾਰਟਮੈਂਟਲ ਇਨਕੁਆਇਰੀਜ਼, डिमोशन भी हुई, विद हेल्ड डिमोशन हो गई, रिवर्टेड बैक टू द लोअर प्लेस और अर्लियर प्लेस, बेल भी हुई, कस्टडी च भी रहे। कानून नाफिज करने वाले इदारे खास तौर से FIA पूरी कस्टडी च भी रहे, बेल भी हुई। फिर डिपार्टमेंटल इंक्वायरी कई ऐसियां हैं जिहदे च एग्जोनरेट हो गए। डिपार्टमेंटल इंक्वायरी महकमे दे विच इंक्वायरी चली है, डिपार्टमेंटल इंक्वायरी लैस्को दे विच चली है इन्हां दे खिलाफ, ते ਉਹਦੇ 'ਚ ਇਹਨਾਂ ਨੂੰ ਐਗਜ਼ੋਨਰੇਟ ਕਰ ਦਿੱਤਾ ਗਿਆ। ਹੁਣ ਜਦੋਂ ਐਗਜ਼ੋਨਰੇਟ ਬੰਦਾ ਹੋ ਜਾਵੇ ਤੇ ਫਿਰ ਹੁਣ ਆ ਕੇ ਪ੍ਰਾਈਮ ਮਿਨਿਸਟਰ ਆਫਿਸ ਤੋਂ ਇੱਕ ਲੈਟਰ ਜਾਰੀ ਹੁੰਦਾ ਜਿਹੜਾ ਸੈਕਟਰੀ ਇੰਟੀਰੀਅਰ ਡਿਵੀਜ਼ਨ ਨੂੰ ਜਾਂਦਾ, ਸੈਕਟਰੀ ਐਸਟੈਬਲਿਸ਼ਮੈਂਟ ਡਿਵੀਜ਼ਨ ਨੂੰ ਜਾਂਦਾ ਕਿ ਕਰਪਟ ਲੋਕ ਹੈਗੇ ਨੇ, ਮੁਬੈਨਾ ਤੌਰ ਤੇ ਕਰਪਟ ਪ੍ਰੈਕਟਿਸਿਸ ਵਿੱਚ ਇਨਵੋਲਵ ਹੈਗੇ ਨੇ। ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਿਨ੍ਹਾਂ ਨੇ ਇਨਕੁਆਇਰੀ ਕੀਤੀ ਸੀ ਉਹ ਠੀਕ ਇਨਕੁਆਇਰੀ ਸੀ। ਅਗਰ ਉਹਨਾਂ ਨੇ ਐਗਜ਼ੋਨਰੇਟ ਸਵਾਲ ਕਰਨ ਲੱਗਾ ਸੀ ਮੈਂ ਹੁਣ ਤੁਹਾਡੇ ਕੋਲ, ਇਹ ਐਗਜ਼ੋਨਰੇਟ ਜਦੋਂ ਕਰ ਦਿੰਦੇ ਨੇ, ਮੇਰੇ ਤੇ ਕੋਈ ਇਲਜ਼ਾਮ ਲੱਗਦਾ, ਮੇਰੇ ਤੇ ਕੋਈ ਡਿਪਾਰਟਮੈਂਟਲ ਇਨਕੁਆਇਰੀ ਹੁੰਦੀ ਹੈ, ਮੈਂ ਉਸ ਡਿਪਾਰਟਮੈਂਟਲ ਇਨਕੁਆਇਰੀ ਚੱਲਦੀ ਹੈ, ਖਤਮ ਹੁੰਦੀ, ਮੈਨੂੰ ਐਗਜ਼ੋਨਰੇਟ ਕਰਤਾ ਜਾਂਦਾ, ਬਾਇਜ਼ਤ ਬਰੀ ਕਰਤਾ ਜਾਂਦਾ। ਉਹਦੇ ਬਾਅਦ ਇਹ ਪ੍ਰਾਈਮ ਮਿਨਿਸਟਰ ਆਫਿਸ ਤੋਂ ਲੈਟਰ ਜਾਰੀ ਹੁੰਦਾ। ਇਹ ਦੌਰਾਨੇ ਜਦੋਂ ਇਹਨਾਂ ਦੀ ਪੋਸਟਿੰਗ ਰਹੀ ਹੈ, ਜਦ ਤੱਕ ਇਹ ਲੈਸਕੋ 'ਚ ਰਹੇ ਨੇ, ਉਸ ਵਕਤ ਦੇ ਵਿੱਚ ਇਹਨਾਂ ਦੀ ਮੁਖਤਲਿਫ ਸ਼ਕਲਾਂ ਦੇ ਵਿੱਚ ਇਨਕੁਆਇਰੀ ਚੱਲਦੀ ਰਹੀ ਹੈ, ਜਿਹਦੇ ਵਿੱਚ ਐਗਜ਼ੋਨਰ ਮੈਂ ਖਾਸ ਤੌਰ 'ਤੇ ਉਹਨਾਂ ਦਾ ਜ਼ਿਕਰ ਕਰਨਾ ਪਿਆ ਜਿਨ੍ਹਾਂ ਨੂੰ ਐਗਜ਼ੋਨਰੇਟ ਕਰਤਾ ਗਿਆ। ਹੁਣ ਜਿਨ੍ਹਾਂ ਨੇ ਐਗਜ਼ੋਨਰੇਟ ਕੀਤਾ ਉਹ ਸਹੀ ਹੈਗੇ ਨੇ ਜਾਂ ਪ੍ਰਾਈਮ ਮਿਨਿਸਟਰ ਆਫਿਸ ਸਹੀ ਹੈਗਾ? ਕਨਫਿਊਜ਼ਨ ਦੋਨਾਂ ਪਾਸੇ ਆ ਜਾਏਗੀ। ਤੇ ਜੇ ਇਹ ਇਹਨਾਂ ਦੀ ਕਰਪਸ਼ਨ ਸਾਬਤ ਹੋ ਜਾਂਦੀ ਹੈ, ਸੈਕਟਰੀ ਇੰਟੀਰੀਅਰ ਡਿਵੀਜ਼ਨ ਕੋ ਗਿਆ, ਇਨਕੁਆਇਰੀ ਚੱਲਦੀ ਪਈ ਹੈ, ਇਹਦਾ ਮੈਂ ਵਸੂਕ ਨਾਲ ਨਹੀਂ ਕਹਿ ਸਕਦਾ ਕਿ ਇਹਨਾਂ ਦੀ ਇਨਕੁਆਇਰੀ ਕਦ ਕੰਪਲੀਟ ਹੋਏਗੀ। ਲੇਕਿਨ ਦਾएं ਬਾएं ਤੋਂ ਇਹ ਤੇ ਡਾਕੂਮੈਂਟ ਹੈਗਾ ਨਾ ਕਿ ਵੀ ਇਹ ਲੈਟਰ ਜਾ ਚੁੱਕਿਆ, ਸਾਡੇ ਕੋਲ ਇੱਕ ਠੋਸ ਸਬੂਤ ਹੈ ਕਿ ਇਹ ਜਾ ਚੁੱਕਿਆ। ਹੁਣ ਉਹ ਇਨਕੁਆਇਰੀ ਕਿਹੜੀ ਸਟੇਜ ਤੇ ਹੈਗੀ ਹੈ ਇਹਦਾ ਸਾਨੂੰ ਨਹੀਂ ਪਤਾ। ਠੀਕ ਹੈ। ਉਹ ਇਨਕੁਆਇਰੀ ਕਿੰਨੇ ਦੇਰ ਵਿੱਚ ਕੰਪਲੀਟ ਹੋਏਗੀ? ਮਹੀਨਾ ਲੱਗ ਜਾਏਗਾ, 2 ਮਹੀਨੇ ਲੱਗ ਜਾਣਗੇ, 3 ਮਹੀਨੇ ਲੱਗ ਜਾਣਗੇ, 5 ਮਹੀਨੇ, 6 ਮਹੀਨੇ, 7 ਮਹੀਨੇ, ਕੁਛ ਨਹੀਂ ਕਿਹਾ ਜਾ ਸਕਦਾ। ਠੀਕ ਹੈ। ਲੇਕਿਨ ਇਹ ਸਵਾਲ ਜ਼ਰੂਰ ਉਠੇਗਾ, ਅਗਰ ਇਹ ਸੈਕਟਰੀ ਇੰਟੀਰੀਅਰ ਡਿਵੀਜ਼ਨ ਇਹਨਾਂ ਦੇ ਉੱਤੇ ਇਨਕੁਆਇਰੀ ਹੁੰਦੀ ਔਰ ਸਾਬਤ ਹੋ ਜਾਂਦਾ ਤੇ ਫਿਰ ਜਿਨ੍ਹਾਂ ਨੇ ਐਗਜ਼ੋਨਰੇਟ ਕੀਤਾ, ਲੈਸਕੋ ਦੇ ਜਿਹੜੇ ਹਾਈ ਅਪਸ ਹੈਗੇ ਸਨ, ਉਹਨਾਂ ਨੂੰ ਫਿਰ ਉਹਨਾਂ ਵੱਲ ਜਾਣਗੇ ਕਿ ਭਾਜੀ ਸਾਨੂੰ ਸਮਝਾਓ ਤੁਸੀਂ ਐਗਜ਼ੋਨਰੇਟ ਕਿਉਂ ਕੀਤਾ ਨਾ, ਕਿਉਂ ਕੀਤਾ? ਦੈਟਸ ਦਾ ਪੁਆਇੰਟ। ਠੀਕ ਹੈ ਨਾ। ਇਹ ਖਾਲੀ ਦਾਲ 'ਚ ਕੁਝ ਕਾਲਾ ਨਹੀਂ ਹੈ, ਮੈਨੂੰ ਤਾਂ ਦਾਲ ਹੀ ਕਿੱਦਾਂ ਪੂਰੀ ਕਾਲੀ ਲੱਗਣ ਦੀ। ਖਵਾਤੀਨ ਉਸ ਰਾਤ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਟਾਈਮ ਹੋਇਆ। ਠੀਕ ਹੈ, ਬ੍ਰੇਕ ਲੈਣਾ, ਮੈਂ ਝਟਪਟ ਕਰਕੇ ਵਾਪਸ ਆਉਣਾ, ਤੁਸੀਂ ਇੱਥੇ ਰਹੋ। ਲੇਕਿਨ ਮੈਂ ਨਾ ਅੱਜ ਬੜਾ ਸ਼ੌਕ ਹਾਂ, ਮਤਲਬ ਕਿ ਇਹ ਦੋਵਾਂ ਉਹ ਇਦਾਰੇ ਨੇ, ਮੁਬੈਨਾ ਕਰਪਸ਼ਨ ਦਾ ਲਫ਼ਜ਼ ਬਾਰ-ਬਾਰ ਆਪਾਂ ਇਸਤੇਮਾਲ ਕਰ ਰਹੇ ਹਾਂ, ਦੋਵਾਂ ਉਹ ਇਦਾਰੇ who are responsible for a lot of things. Like LESCO is directly responsible for the household electricity. FIA is responsible for inquiries and reports of crimes. ਤੇ ਕੀ ਹੋ ਰਿਹਾ ਮੇਰੀ ਅਕਲੋ ਸਮਝ ਦੇ ਤੋਂ ਕਾਸਿਰ ਹੈ। ਇੱਕ ਬ੍ਰੇਕ ਲੈਣੇ ਆ, ਮੈਂ ਝੜ ਗਿਆ ਤਾਂ ਪਟ ਵਾਪਸ ਆਇਆ। ਵੈਲਕਮ ਬੈਕ ਜੀ ਆਇਆਂ ਨੂੰ ਪ੍ਰੋਗਰਾਮ ਇਨਸਾਈਡਰ ਮੈਨ ਦੇ ਵਿੱਚ। ਲੋ ਜੀ, ਵਾਪਸ ਆਉਣ ਤੋਂ ਬਾਅਦ ਇੱਕ ਛੋਟੀ ਜਿੰਨੀ ਗੱਲ ਤੁਹਾਡੇ ਨਾਲ ਮੈਂ ਕਰਾਂਗਾ। ਉਹ ਇਹ ਕਿ ਮੁਬੈਨਾ ਕਰਪਸ਼ਨ, ਤੁਸੀਂ ਨਾ ਇੱਕ ਸ਼ੈ ਨੂੰ ਐਨਾਲਾਈਜ਼ ਕਰਨਾ। ਇੱਕ ਸਰਕਾਰੀ ਮਹਿਕਮੇ ਦੇ ਬੰਦੇ ਨਾਲ ਮੇਰੀ ਮੁਲਾਕਾਤ ਹੋਈ। ਉਹ ਬੰਦਾ ਕੌਣ ਸੀ, ਕੀ ਸੀ, ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ ਇਹਦਾ ਹੀ। ਉਹਨੂੰ ਸਰਕਾਰ ਦੇ ਵੱਲੋਂ ਮਿਲੀ ਸੀ ਸੁਜ਼ੂਕੀ ਕਲਟਸ। ਹੁਣ ਖਾਨ ਸਾਹਿਬ ਉਹਨੂੰ ਕਲਟਸ ਲੱਭੀ ਕਿ ਮਿਲੀ ਹਾਂ ਗਵਰਨਮੈਂਟ ਦੇ ਵੱਲੋਂ। ਅੱਛਾ, ਉਹ ਦਫ਼ਤਰ ਕਲਟਸ ਦੇ ਵਿੱਚ ਨਹੀਂ ਸੀ ਆਉਂਦਾ, ਪੈਦਲ ਆਉਂਦਾ ਸੀ। ਨਹੀਂ ਖਾਨ ਸਾਹਿਬ, ਉਹ ਬੰਦਾ ਜਦੋਂ ਆਇਆ, ਜਦੋਂ ਉਹਦੀ ਤਾਇਨਾਤੀ ਹੋਈ ਬੜੇ ਇੱਕ ਮਿਨੀਮਲ ਘਰਾਣੇ ਤੋਂ, ਤੇ 2 ਸਾਲ ਬਾਅਦ ਮੈਂ ਕੀ ਵੇਖਣ ਦਿਆਂ, ਸਿਮਿਲਰ ਜਗ੍ਹਾ ਤੇ ਮੇਰਾ ਜਾਣਾ ਹੋਇਆ ਤੇ ਮੈਂ ਉਸ ਬੰਦੇ ਨੂੰ ਵੇਖ ਰਿਹਾ, ਉਹ ਬ੍ਰਾਂਡਡ ਸੂਟ ਪਾ ਕੇ ਗੱਡੀਆਂ ਬਾਹਰ ਨਿਕਲਣ ਦਿਆ ਹੇਵਲ 86 ਵਿੱਚ।
ਉਹ ਸੌਖਾ ਹੋ ਗਿਆ ਨਾ, ਤੈਨੂੰ ਹੋਰ ਤੋਂ ਸ਼ਿਕਾਇਤ ਹੈਗੀ ਹੈ ਸੌਖਾ ਕਿਉਂ ਹੋਇਆ। 1.5 ਕਰੋੜ ਗੁਰਪਤੀ ਜਿਹਨੂੰ ਦੇਖਿਆ ਹੁੰਦਾ ਹੈ, ਤੂੰ ਹੋਰ ਤੋਂ ਉਮੀਦ ਨਹੀਂ ਕਰਦਾ ਉਹਦਾ ਕਿ ਸੌਖਾ ਹੋਇਆ। ਪਾਕਿਸਤਾਨ ਵਿੱਚ ਬੇਸ਼ੁਮਾਰ ਤਾਦਾਦ ਉਹ ਲੋਕਾਂ ਦੀ ਹੈਗੀ ਜਿਹੜੇ ਸਰਕਾਰੀ ਮੁਲਾਜ਼ਮਤ ਇਸ ਵਾਸਤੇ ਕਰਦੇ ਨੇ ਕਿ ਉਹ ਸੌਖੇ ਹੋ ਜਾਣ, ਕਿ ਉਹ ਸੌਖੇ ਹੋ ਜਾਣ। ਤੇ ਆਪਕੋ ਕੋਈ ਪ੍ਰੋਬਲਮ ਹੈ ਕਿਸੇ ਸੇ ਸੌਖੇ ਹੋਣਾ? ਸੌਖੇ ਉਹਨਾਂ ਨੇ ਕਰਪਸ਼ਨ ਦੇ ਜ਼ਰੀਏ ਹੋਣਾ। ਸੌਖੇ ਕਦੀ ਵੀ ਆਰਾਮ ਦੇ ਨਾਲ ਜ਼ਿੰਦਗੀ ਜ਼ਰੂਰ ਲੰਘ ਸਕਦੀ ਹੈ, ਸੌਖੇ ਨਹੀਂ ਤੁਸੀਂ ਹੋ ਸਕਦੇ। ਸੌਖੇ ਨਹੀਂ ਹੋ ਸਕਦੇ। ਜਿਹੜੀ ਸੌਖੇ ਤੂੰ ਗੱਲ ਕਰਨਾ ਪਿਆ ਨਾ, ਗੱਲ ਹੀ ਖਤਮ ਕਰ। ਉਹ ਸਾਰੇ ਦੇ ਸਾਰੇ ਇਸ ਚੱਕਰ ਵਿੱਚ ਹੁੰਦੇ ਨੇ ਕਿ ਸਾਨੂੰ ਪਾਕਿਸਤਾਨ ਦੇ ਵਿੱਚ ਹੁੰਦਾ ਹੈ ਕਿ ਪੋਸਟਿੰਗ ਲੱਭ ਜਾਵੇ ਕਿਸੇ ਮਹਿਕਮੇ ਦੀ, ਉਹ ਮਹਿਕਮੇ ਦੀ ਜਿਨ੍ਹਾਂ ਲੋਕਾਂ ਨੂੰ ਕੰਮ ਪੈਂਦਾ। ਹਾਂ ਸਾਹਿਬ, ਮੁੰਡੇ ਕੋ ਸਰਕਾਰੀ ਨੌਕਰੀ ਹੋਵੇ ਤੇ ਜਿਹੜੇ ਸਸੁਰਾਲੀਏ ਹੁੰਦੇ ਨੇ ਟੱਕ ਕਰਕੇ ਜੱਟ ਮੰਗਣੀ ਤੇ ਪੱਟ ਵਿਆਹ ਕਰ ਦਿੰਦੇ ਨੇ ਕੁੜੀ ਦਾ। ਇਹ ਸਰਕਾਰੀ ਨੌਕਰੀ ਹੈ। ਨਹੀਂ, ਸਰਕਾਰੀ ਨੌਕਰੀ ਇਹ ਜਿਹੜਾ ਵਿਆਹ ਦਾ ਚੱਕਰ ਹੈਗਾ ਨਾ, ਉਹ ਜਿਹੜਾ ਸਾਡੇ ਜ਼ਮਾਨੇ 'ਚ ਅਸੀਂ ਦੇਖਦੇ ਸਾਂ ਨਾ, ਭਲਾ ਕਿਉਂ ਕਰਦੇ ਸਾਂ ਕਿ ਇਹ ਨੌਕਰੀ ਪੱਕੀ ਹੈਗੀ, ਜਾਏਗੀ ਨਹੀਂ, ਸਿਕਿਉਰਿਟੀ ਹੈ। ਅਗਰ ਕਹਿੰਦੇ ਨਾ ਪ੍ਰਾਈਵੇਟ ਹੈਗਾ ਮੁੰਡਾ, ਪ੍ਰਾਈਵੇਟ ਨੌਕਰੀ ਕਰਦਾ, ਫਾਰਗ ਹੋ ਗਿਆ ਤੇ ਤਾਂ ਕੀ ਹੋਣਾ, ਤੇ 10,000 ਦੀ ਤਨਖਾਹ ਹੈਗੀ ਨਾ, ਤੇ ਕੁੜੀ ਦੇ ਮਾਪੇ ਜ਼ਰਾ ਘਬਰਾਏ ਰਹਿੰਦੇ ਸਾਂ। ਤੇ ਸਰਕਾਰੀ ਮੁਲਾਜ਼ਮਾਂ ਦੀ ਭਾਵੇਂ ਉਹ 2,000 ਲੈਂਦਾ ਹੋਵੇ, ਉਹ ਕਹਿੰਦੇ ਜੀ ਨੌਕਰੀ ਪੱਕੀ ਹੈਗੀ ਹੈ ਅਗਲੇ 20 30 40 ਸਾਲ ਤੱਕ। ਜਿਹੜੀ ਇਹਨਾਂ ਦੀ ਰਿਟਾਇਰਮੈਂਟ ਦੀ ਏਜ ਹੈਗੀ ਉਹ ਤੱਕ ਇਹਨੂੰ ਕੋਈ ਹੱਥ ਨਹੀਂ ਲਾਏਗਾ। ਉਹ ਪ੍ਰਾਈਵੇਟ ਦਾ ਪਤਾ ਹੀ ਨਹੀਂ ਚੱਲਦਾ ਕਿ ਅੱਜ ਮਿਸਾਲ ਦੇ ਤੌਰ ਤੇ ਤੂੰ ਸੰਨ ਤੇ ਬੈਠਾ ਹੈ, ਕੋਈ ਪਤਾ ਨਹੀਂ ਕੱਲ ਤੇਰੀ ਜਗ੍ਹਾ ਤੇ ਕੋਈ ਹੋਰ ਬੈਠਾ ਹੋਵੇ। ਇਦਾਂ ਹੀ ਹੈ। ਸੰਨ 'ਚ ਮੈਂ ਬੈਠਾ ਅੱਜ, ਕੋਈ ਪਤਾ ਨਹੀਂ ਕੱਲ ਕੋਈ ਹੋਰ ਬੈਠਾ ਹੋਵੇ। ਇਦਾਂ ਹੀ ਹੈ। ਸਰਕਾਰੀ ਮੁਲਾਜ਼ਮਤ ਇੱਕ ਐਸੀ ਚੀਜ਼ ਹੁੰਦੀ ਜਿਹੜੀ ਸਿਕਿਉਰ ਹੁੰਦੀ ਹੈ। ਹਾਂ, ਬੰਦੇ ਨੇ ਜਾਣਾ ਕਿੱਥੇ ਮਹਿਫੂਜ਼ ਹੁੰਦੀ ਹੈ। ਇੱਕ ਤੇ ਟੌਰ ਹੁੰਦਾ ਹੈ। ਇੱਕ ਸਰਕਾਰੀ ਮੁਲਾਜ਼ਮਾਂ ਦੀ ਜੋ ਟੌਰ ਦੇਖਾ ਨਾ, ਇੱਕ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ, ਕਦੀ ਉਹਨੂੰ ਅੰਡਰ ਐਸਟੀਮੇਟ ਨਾ ਕਰੀ। ਉਹ ਖੁਦਾ ਦੀ ਕਸਮ ਤੇਰੀ ਭੰਬੀਰੀ ਪਵਾ ਦੇਗਾ ਜਿਸ ਦਿਨ ਤੂੰ ਉਹਦੇ ਹੱਥੇ ਚੜਿਆ ਪ੍ਰੋਪਰ ਤਰੀਕੇ ਦਾ। ਇੱਕ ਹੈੱਡ ਕਾਂਸਟੇਬਲ ਪੁਲਿਸ ਦਾ ਕਾਂਸਟੇਬਲ, ਮੈਂ ਉਹਦੀ ਗੱਲ ਕਰਨਾ ਪਿਆ, ਛੋਟੇ ਲੈਵਲ ਦੀ ਭੰਬੀਰੀ ਪਵਾ ਨਾ ਹੁੰਦਾ ਵੱਡੇ ਤੋਂ ਵੱਡੇ ਬੰਦੇ ਦੀ। ਵਾਹ। ਇੱਕ ਕਲਰਕ ਕਿਸੇ ਮਹਿਕਮੇ ਦਾ ਜਿੱਥੇ ਦੁਨੀਆ ਨੂੰ ਕੰਮ ਪੈਂਦਾ, ਵੱਡਿਆਂ ਨੂੰ ਵੀ ਕੰਮ ਪੈਂਦਾ, ਛੋਟਿਆਂ ਨੂੰ, ਉਹ ਕਲਰਕ ਲਿਆ ਕੇ ਰੱਖ ਦੇਗਾ। ਇਦਾਂ ਹੀ ਹੈ। ਇੱਕ ਕਸਟਮ ਦਾ ਅਪਰੇਜ਼ਰ ਜਿਹੜਾ ਹੈਗਾ, ਮੈਂ ਵੱਡੇ ਅਫਸਰਾਂ ਦੀ ਗੱਲ ਹੀ ਨਹੀਂ ਕਰਦਾ ਪਿਆ, ਛੋਟੇ ਵੱਡੇ ਤੋਂ ਵੱਡਾ ਬਿਜ਼ਨਸਮੈਨ ਹੈਗਾ, ਖੁਦਾ ਦੀ ਕਸਮ, ਉਹਦੀ ਕੰਸਾਈਨਮੈਂਟਸ ਆ ਰਹੀਆਂ, ਬਾਹਰੋਂ ਆ ਰਹੀਆਂ, ਕਸਟਮ ਦਾ ਕੰਮ ਕਰਦਾ ਪਿਆ, ਉਹ ਹੀ ਲਿਆ ਹੁੰਦਾ, ਉਹਦੇ ਘਰ ਦੇ ਬਾਹਰ ਖਲੋਤਾ ਹੁੰਦਾ, ਕਸਟਮ ਅਪਰੇਜ਼ਰ ਦੇ ਘਰ ਦੇ ਬਾਹਰ ਖਲੋਤਾ ਹੁੰਦਾ। ਉਹ ਬੰਦਾ ਜਿਹੜਾ ਅਰਬਪਤੀ ਹੁੰਦਾ, ਉਹਨੂੰ ਪਤਾ ਯਾਰ ਅਪਰੇਜ਼ਰ ਥੋੜਾ ਜਿਹਾ ਇੰਜ ਹੋਇਆ ਨਾ, ਤੇ ਮੇਰਾ ਕੰਮ ਲੱਗ ਜਾਣਾ, ਪੂਰਾ ਇੰਜ ਹੋ ਜਾਵਾਂਗਾ। ਇਹਨੇ ਥੋੜਾ ਇੰਜ ਹੋਣਾ ਤੇ ਮੈਨੂੰ ਪੂਰਾ ਇਹਨੇ ਇੰਜ ਕਰ ਦੇਣਾ। ਖਾਨ ਸਾਹਿਬ, ਇੰਜ ਹੋਣ ਦੀ ਜੇ ਗੱਲ ਹੋ ਹੀ ਰਹੀ ਹੈ ਤੇ ਸਰਕਾਰ ਦੀ ਗੱਲ ਹੋ ਹੀ ਰਹੀ ਹੈ, ਤੇ ਮੈਨੂੰ ਦੱਸੋ ਇਸ ਲੈਟਰ ਦੇ ਵਿੱਚ ਜਾਂ ਇਸ ਮੁਬੈਨਾ ਕਰਪਸ਼ਨ ਦੇ ਵਿੱਚ ਕੋਈ ਨਾ ਕੋਈ ਮੈਂਸ਼ਨਿੰਗ ਕਿਸੇ ਸਿਆਸੀ ਜਾਂ ਰਸੂਖ ਵਾਲੇ ਬੰਦੇ ਦੀ, ਕਿਸੇ ਪੋਲੀਟੀਸ਼ੀਅਨ ਦੀ, ਕਿਸੇ MNA MP ਦੀ? ਯਾਰ ਹੋਇਆ ਇੰਜ, ਇਸ ਤਰ੍ਹਾਂ ਅਸੀਂ ਜਰਨਲਿਸਟ ਜਿਹੜੇ ਲੋਕ ਹੁੰਦੇ, ਇਨਵੈਸਟੀਗੇਸ਼ਨ ਦਾ ਕੰਮ ਕਰਨੇ ਆ, ਅਸੀਂ ਜਿਹੜੇ ਡਾਕੂਮੈਂਟ ਕਰਨੇ ਆ, ਤੇ ਸਾਡਾ ਹੁੰਦਾ ਹੈ ਕਿ ਸਾਡੀ ਜ਼ਿਆਦਾਤਰ ਨਜ਼ਰ ਹੁੰਦੀ ਪੋਲੀਟੀਸ਼ੀਅਨ ਤੇ। ਕਿਉਂ? ਪੋਲੀਟੀਸ਼ੀਅਨ ਨੂੰ ਅਸੀਂ ਰੂਲਰ ਕਹਿੰਦੇ ਹਾਂ। ਇਦਾਂ ਹੀ ਹੈ। ਅੱਜ ਆਪੋਜੀਸ਼ਨ ਵਿੱਚ ਹੈਗਾ ਤੇ ਕੱਲ ਰੂਲਰ ਹੋਏਗਾ। ਸ਼ਬਾਜ਼ ਸ਼ਰੀਫ ਕੱਲ ਆਪੋਜੀਸ਼ਨ ਵਿੱਚ ਹੈਗਾ ਸੀ, ਅੱਜ ਵਜ਼ੀਰ ਆਜ਼ਮ ਹੈਗਾ। ਇਦਾਂ ਹੀ ਹੈ, ਬਿਲਕੁਲ। ਇਮਰਾਨ ਖਾਨ ਕੱਲ ਵਜ਼ੀਰ ਆਜ਼ਮ ਸੀ, ਅੱਜ ਜੇਲ੍ਹ ਵਿੱਚ ਹੈਗਾ। ਇੰਝ ਹੈਗਾ ਨਾ। ਹੁਣ ਪੋਲੀਟੀਸ਼ੀਅਨ ਮੈਂ ਲੱਭਿਆ ਇਸ ਲੈਟਰ ਦੇ ਵਿੱਚ, ਉਹਨੇ ਕੰਮ ਚੁੱਕਣ ਵਾਲਾ ਹੈਗਾ। ਇਸ ਲੈਟਰ ਵਿੱਚ ਲਿਖਿਆ ਹੈ ਕਿ ਸਿਆਸਤਦਾਨ, ਸਿਰਫ ਲਿਖਿਆ ਪੋਲੀਟੀਸ਼ੀਅਨ, ਨਾ ਕੋਈ ਨਹੀਂ ਲਿਖਿਆ, ਠੀਕ ਹੈ, ਸਿਰਫ ਪੋਲੀਟੀਸ਼ੀਅਨ। ਕਿ ਪੋਲੀਟੀਸ਼ੀਅਨ ਇੱਕ ਪ੍ਰੈਸ਼ਰ ਪਾਉਂਦਾ ਹੈ ਸੀਨੀਅਰ ਮੈਨੇਜਮੈਂਟ ਦੇ ਉੱਤੇ। ਇੱਕ ਪੋਲੀਟੀਸ਼ੀਅਨ ਪ੍ਰੈਸ਼ਰ ਪਾਉਂਦਾ, ਇੱਕ ਨਹੀਂ, ਪੋਲੀਟੀਸ਼ੀਅਨ, ਪੋਲੀਟੀਸ਼ੀਅਨਸ, ਠੀਕ ਹੈ, ਸਿਆਸਤਦਾਨ। ਮਸਲਾ ਇਹ ਨਹੀਂ ਕਿ ਇੱਕ ਸਿਆਸਤਦਾਨ, ਠੀਕ ਹੈ, ਪੋਲੀਟੀਸ਼ੀਅਨ ਪ੍ਰੈਸ਼ਰ ਪਾਉਂਦੇ ਨੇ ਸੀਨੀਅਰ ਮੈਨੇਜਮੈਂਟ ਲੈਸਕੋ ਦੇ ਉੱਤੇ, ਠੀਕ ਹੈ। ਕਾਹਦੇ ਵਾਸਤੇ ਪ੍ਰੈਸ਼ਰ ਪਾਉਂਦੇ ਨੇ? ਕਿ ਜਿਹੜੇ ਉਹਨਾਂ ਦੇ ਬਲੂ ਆਈਡ ਬॉय ਨਹੀਂ ਹੁੰਦੇ ਲੈਸਕੋ, ਜਿਹੜੇ ਕੰਮ ਕਰਦੇ ਆ, ਉਹਨਾਂ ਨੂੰ ਚੰਗੀ ਪੋਸਟਿੰਗ ਤੇ ਉਹਨਾਂ ਦਾ ਖਿਆਲ ਰੱਖਣਾ, ਠੀਕ ਹੈ। ਇਹ ਕਰਦੇ ਨੇ ਕਿ ਉਹਨਾਂ ਨੂੰ SDO ਲਵਾਤਾ, ਐਕਸੀਅਨ ਲਵਾਤਾ, ਇੰਜੀਨੀਅਰ, ਸੀਨੀਅਰ ਇੰਜੀਨੀਅਰ ਲਵਾਤਾ, ਪ੍ਰੈਫਰਡ ਏਰੀਆਜ਼ ਦੇ ਵਿੱਚ, ਠੀਕ ਹੈ। ਮੈਂ ਕੋਸ਼ਿਸ਼ ਕਰ ਰਿਹਾ ਸਾਂ, ਮੈਂ ਕਿਹਾ ਸ਼ਾਇਦ ਇਹਨਾਂ ਨੇ ਕੋਈ ਹਿੰਮਤ ਕੀਤੀ ਹੋਵੇ ਪ੍ਰਾਈਮ ਮਿਨਿਸਟਰ ਆਫਿਸ ਨੇ ਕਿ ਜਦੋਂ ਤੁਸੀਂ 14 FIA ਦੇ ਅਫਸਰਾਂ ਦੇ ਨਾਲ, ਵੱਡੇ ਵੱਡੇ ਲੋਕ ਨੇ, ਪਾਵਰਫੁਲ ਲੋਕ ਨੇ, ਪੋਜੀਸ਼ਨਾਂ ਪਾਵਰਫੁਲ ਹੈਗੀਆਂ ਇਹਨਾਂ ਦੀਆਂ, ਇਦਾਂ ਹੀ ਹੈ। ਲੈਸਕੋ ਦੇ ਵਿੱਚ ਵੀ ਪਾਵਰਫੁਲ ਪੋਜੀਸ਼ਨਾਂ ਵਾਲੇ ਲੋਕ ਨੇ, ਤੇ ਪੋਲੀਟੀਸ਼ੀਅਨ ਦਾ ਵੀ ਦੇ ਦਿਓ। ਜਦੋਂ ਤੁਸੀਂ ਕਹਿੰਦੇ ਪਏ ਕਿ ਪੋਲੀਟੀਸ਼ੀਅਨ ਇਹਨਾਂ ਦੇ ਪ੍ਰੈਸ਼ਰ ਪਾਉਂਦਾ, ਆਪਣੇ ਬੰਦੇ ਰਖਵਾਉਂਦਾ,
ਉਹਨਾਂ ਦੀ ਪ੍ਰਾਈਜ਼ ਪੋਸਟਿੰਗ ਐਕਸੀਅਨ ਰਖਵਾਤਾ, ਐਸਡੀਓ ਰਖਵਾਤਾ, ਸੀਨੀਅਰ ਇੰਜੀਨੀਅਰ ਲਵਾਤਾ, ਤੇ ਤੁਸੀਂ ਉਹਨਾਂ ਦਾ ਨਾਂ ਹੀ ਦੇ ਦਿਓ। ਨਾਂ ਕੋਈ ਨਹੀਂ ਦਿੱਤਾ। ਅੱਛਾ, ਦਿੱਤਾ ਨਾਂ ਕਿਹਦਾ ਦਿੱਤਾ? ਕਿਹਦਾ? ਲੈਸਕੋ ਦੇ ਲੋਕਾਂ ਦਾ ਦਿੱਤਾ ਕਿ ਇਹ ਕੌਣ PML ਨਵਾਜ਼ ਵੱਲ ਜਾਂਦਾ ਹੈ, ਕੌਣ PTI ਵੱਲ ਜਾਂਦਾ ਹੈ। ਇਹ ਵਿੱਚ ਉਸ ਲੈਟਰ ਦੇ ਵਿੱਚ ਜ਼ਿਕਰ ਹੈਗਾ 3 ਐਸੇ ਹੈਗੇ ਨੇ ਲੈਸਕੋ ਦੇ ਅਫਸਰਾਨ। ਇੱਕ ਹੈਗਾ ਜ਼ਾਹਿਦ ਕਯੂਮ ਖੋਖਰ ਸਾਹਿਬ, ਇਹ ਪ੍ਰੋਜੈਕਟ ਡਾਇਰੈਕਟਰ ਹੈਗੇ ਨੇ GSC। ਠੀਕ ਹੈ। ਇਹ PML ਨਵਾਜ਼ ਦੇ ਮਲਕ ਸ਼ਫੀ ਖੋਖਰ ਸਾਹਿਬ ਨੇ, ਉਹਨਾਂ ਦੇ ਸਨ ਇਨ ਲਾਅ ਹੈਗੇ ਨੇ। ਅੱਛਾ, ਠੀਕ ਹੈ, ਠੀਕ ਹੈ। ਇਹ ਉਹਨਾਂ ਨੇ ਦਿੱਤਾ ਹੈ ਕਿ PML ਨਵਾਜ਼ ਦੇ ਇੱਕ ਰਹਿਨੁਮਾ ਹੈਗੇ ਨੇ, ਉਹਨਾਂ ਦਾ ਇਹ ਦਾਮਾਦ ਹੈਗਾ। ਉਹਦੇ ਇਲਾਵਾ 2 ਹੋਰ ਬੰਦਿਆਂ ਦਾ ਉਹਨਾਂ ਨੇ ਨਾਂ ਦਿੱਤੇ ਨੇ, ਇਹ ਦੋਨੋਂ PTI ਦੇ ਹੈਗੇ ਨੇ। ਠੀਕ ਹੈ। ਇੱਕ ਸਨਾ ਮੁਹੰਮਦ ਹੈਗਾ, ਉਹ ਡਿਪਟੀ ਮੈਨੇਜਰ ਐਕਸੀਅਨ ਹੈਗਾ। ਠੀਕ ਹੈ। ਇਹ ਨਾ ਸਿਰਫ ਹੈ ਕਿ PTI ਲਿਖਿਆ ਹੈ ਕਿ ਪ੍ਰੋ PTI, ਨਾ ਸਿਰਫ ਹੈ ਕਿ ਪ੍ਰੋ PTI ਹੈ, ਬਲਕਿ ਇਹ ਕਈ ਦਫਾ ਫਾਊਂਡ ਇੰਡਲਜ ਕਹਿੰਦੇ ਨੇ ਲਫ਼ਜ਼ ਉਹ ਇਸਤੇਮਾਲ ਕਰਦੇ ਕਿ ਇਹ ਸੋਸ਼ਲ ਮੀਡੀਆ ਦੇ ਵਿੱਚ ਨਾ PTI ਐਸੇ ਕਰ ਰਿਹਾ ਹੁੰਦਾ। ਠੀਕ ਹੈ, ਠੀਕ ਹੈ। ਸੀਨੀਅਰ ਬੰਦਾ ਹੈਗਾ। ਦੂਜਾ ਬੰਦਾ ਜਿਹੜਾ ਹੈਗਾ ਨਾ ਮੁਹੰਮਦ ਰਾਸ਼ਦ ਹੈਗਾ, ਇਹ ਵੀ ਸੁਪਰਿੰਟੈਂਡੈਂਟ ਇੰਜੀਨੀਅਰ ਹੈਗਾ, ਇਹ ਵੀ ਪ੍ਰੋ PTI ਹੈਗਾ। ਤੇ 2 ਪ੍ਰੋ PTI ਤੇ 1 ਪ੍ਰੋ PML ਨਵਾਜ਼। ਠੀਕ ਹੈ। ਇਹਨਾਂ ਨੇ ਜ਼ਿਕਰ ਕੀਤਾ ਉਹ ਵੀ ਲੈਸਕੋ ਦੇ ਅਫਸਰਾਨ ਦੇ ਨਾਲ। ਉਹ ਪੋਲੀਟੀਸ਼ੀਅਨ ਦੇ ਨਾਂ ਨਹੀਂ ਦੱਸੇ ਜਿਹੜੇ ਕਿ ਬਕਾਇਦਾ ਪ੍ਰੈਸ਼ਰ। ਪੋਲੀਟੀਸ਼ੀਅਨ ਦੇ ਨਾਂ ਕਿਉਂ ਨਹੀਂ ਦੱਸੇ? ਦੱਸਣੇ ਚਾਹੀਦੇ ਸਨ ਮੈਨੂੰ। ਮੈਂ ਇੰਜ ਮੇਰੇ ਕੋਲ ਇੰਜ ਪੁੱਛਣਾ ਪਿਆ ਜਿਵੇਂ ਖਤ ਮੈਂ ਲਿਖਿਆ। ਮੈਂ ਨਹੀਂ ਖਤ ਲਿਖਿਆ, ਇਹ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਖਤ ਲਿਖਵਾਇਆ ਤੇ ਉਹਨਾਂ ਦਾ ਸੈਕਟਰੀ ਜਿਹੜਾ ਅਸਦ ਗਿਲਾਨੀ ਸਾਹਿਬ ਨੇ, ਉਹਨਾਂ ਦੇ ਸਾਈਨ ਨੇ। ਇਹ ਵੱਡਿਆਂ ਦੀ ਖੇਡ, ਬੜੇ ਉਤਲੇ ਲੈਵਲ ਦੀ ਖੇਡ ਹੈਗੀ ਹੈ। ਇਹ ਤੇਰੇ ਮੇਰੇ ਲੈਵਲ ਦੀ ਖੇਡ ਨਹੀਂ ਗਈ। ਅਸੀਂ ਦੇਖਿਆ ਨਾ ਸਾਡੇ ਇੱਥੇ ਡਾਕੂਮੈਂਟ ਚੜਨ, ਕਾਗਜ਼ ਚੜਨ, ਅਸੀਂ ਆ ਜਾਂਦੇ ਹੁੰਦੇ ਹਾਂ। ਠੀਕ ਹੈ ਨਾ। ਇਹ ਖੇਡ ਹੁੰਦੀ ਬੜੀ ਵੱਡੀ, ਵੱਡੇ ਲੋਕ ਹੁੰਦੇ ਨੇ, ਪਾਵਰਫੁਲ ਲੋਕ ਹੁੰਦੇ ਨੇ, ਭਾਵੇਂ ਉਹ PML ਨਵਾਜ਼ ਦੇ ਹੋਣ ਤੇ ਭਾਵੇਂ ਉਹ PTI ਦੇ ਹੋਣ। ਇਹ ਏਡੇ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਕਿ ਇਹ ਮੈਂ ਉਮੀਦ ਕਰ ਰਿਹਾ ਸਾਂ ਕਿ ਪੋਲੀਟੀਸ਼ੀਅਨ ਦੇ ਨਾਂ ਹੋਣੇ ਚਾਹੀਦੇ। ਜਦੋਂ ਤੁਸੀਂ ਜ਼ਿਕਰ ਕਰਦੇ ਪਏ ਹੋ, ਲੈਸਕੋ ਤਾਂ ਕਰ ਰਹੇ ਹੋ, FIA ਤਾਂ ਕਰ ਰਹੇ ਹੋ। ਨਹੀਂ, ਜਦੋਂ ਤੁਸੀਂ ਜ਼ਿਕਰ ਕਰਦੇ ਪਏ ਹੋ ਕਿ ਜੀ ਪੋਲੀਟੀਸ਼ੀਅਨ ਪ੍ਰੈਸ਼ਰ ਪਾ ਕੇ ਲੈਸਕੋ 'ਚ ਆਪਣੇ ਬੰਦੇ ਪ੍ਰਾਈਜ਼ ਪੋਸਟਿੰਗਾਂ 'ਚ ਰਖਵਾਉਂਦੇ ਨੇ। ਐਕਸੀਅਨ ਹੋ ਗਿਆ, SD ਹੋ ਗਿਆ, ਸੁਪਰਿੰਟੈਂਡੈਂਟ ਇੰਜੀਨੀਅਰ ਹੋ ਗਿਆ। ਐਗਜ਼ੈਕਟਲੀ। ਔਰ ਇਹਦੇ ਵਿੱਚ ਇਹ ਵੀ ਲਿਖਿਆ ਸੀ, ਇਸ ਲੈਟਰ ਵਿੱਚ ਇਹ ਵੀ ਹੈਗਾ ਕਿ ਲੈਸਕੋ ਦਾ ਜਿਹੜਾ ਪਿਛਲਾ CEO ਹੈਗਾ ਸੀ ਲੈਸਕੋ ਦਾ, ਉਹ ਤੇ ਇੰਨਾ ਪ੍ਰੈਸ਼ਰ ਪਿਆ ਸੀ FIA ਦਾ ਵੀ, ਲੈਸਕੋ ਦਾ ਵੀ ਤੇ ਪੋਲੀਟੀਸ਼ੀਅਨ ਦਾ ਵੀ, ਉਹ ਵਿਚਾਰਿਆਂ ਨੂੰ ਜਾਣਾ ਪਿਆ। CEO ਲੈਸਕੋ ਦਾ ਸਾਬਕਾ CEO ਇਸ ਲੈਟਰ 'ਚ ਲਿਖਿਆ। ਉਹ CEO ਨੂੰ ਸਹਾਤਾ ਯਾਰ। ਇੱਕ ਥੱਲੇ ਵਾਲੇ ਬੰਦਿਆਂ ਨੇ ਉਤਲੇ ਵਾਲੇ ਬੰਦੇ ਨੂੰ ਸਹਾਤਾ। ਕਿੰਨੇ ਪਾਵਰਫੁਲ ਹੋਣਗੇ ਥੱਲੇ ਵਾਲੇ ਬੰਦੇ। ਵਜ਼ੀਰ ਨੇ ਖਾਨ ਸਾਹਿਬ, ਮੈਂ ਨਾ ਉਹ ਇੱਕ ਮੂਵੀ ਮੈਂ ਵੇਖ ਰਿਹਾ ਸੀਗਾ, ਰੋਮਨ ਐਮਪਾਇਰ ਦਾ, ਉਹਦੇ ਵਿੱਚ ਜ਼ਿਕਰ ਬੜੀ ਮਸ਼ਹੂਰ ਫਿਲਮ ਹੈਗੀ, ਹੋ ਸਕਦਾ ਕਿਸੇ ਜ਼ਮਾਨੇ 'ਚ ਬਚਪਨ 'ਚ ਮੈਂ ਦੇਖੀ ਹੋਵੇ। ਉਹਦੇ ਵਿੱਚ ਕਹਿੰਦੇ ਕਿ ਜੀ ਵਜ਼ੀਰ ਨੇ ਆਪਣੇ ਬਾਦਸ਼ਾਹ ਦਾ ਤਖਤ ਉਲਟਾਤਾ ਸੀ। ਇਹ ਹੁੰਦਾ ਰਹਿੰਦਾ, ਇਹ ਤੇ ਬੜੀ ਜਗ੍ਹਾ ਤੇ ਹੁੰਦਾ। ਇਹ ਮਿਸਾਲਾਂ ਹੁਣ ਵੀ ਬਣਦੀਆਂ ਪਈਆਂ ਨੇ ਕਿ ਭੈਣ ਆਪਣੀ ਖੇਡ ਪਾ ਰਹੀ ਹੈ ਤੇ ਬੁੱਢੀ ਆਪਣੀ ਖੇਡ ਪਾ ਰਹੀ ਹੈ ਤੇ ਪਾਰਟੀ ਆਪਣੀ ਖੇਡ ਪਾ ਰਹੀ ਹੈ। ਉਹ ਵਿਚਾਰਾ ਅੰਦਰ ਹੈਗਾ, ਇਹ ਆਪਣੀ ਖੇਡ ਪਾਉਂਦੇ ਪਏ ਨੇ। ਸਿਆਸਤ ਐਡੀ ਜ਼ਾਲਮ ਚੀਜ਼ ਦਾ ਨਾਂ ਹੈਗਾ। ਇਹ ਸ਼ੁਕਰ ਹੈ ਤੂੰ ਸਿਆਸਤ ਹੀ ਨਹੀਂ ਹੈਗਾ, ਮੈਂ ਨਹੀਂ ਹੈਗਾ। ਇਹ ਜਿਹੜਾ ਅਸੀਂ ਕੰਮ ਕਰਨੇ ਪਏ, ਇਹ ਬਹੁਤ ਬਿਹਤਰ ਕੰਮ ਹੈਗਾ ਸਿਆਸਤ ਦੀ ਨਿਸਬਤ। ਇੱਦਾਂ ਹੀ ਹੈ ਕਿ ਸਿਆਸਤ ਦੀ ਤੂੰ ਦੇਖ ਲੈ, ਭੈਣ ਭਰਾ ਅੰਦਰ ਹੈਗਾ ਜੇਲ੍ਹ 'ਚ, ਭੈਣ ਨੂੰ ਉਹਦਾ ਖਿਆਲ ਨਹੀਂ ਗਾ, ਭੈਣ ਨੂੰ ਆਪਣੀ ਪਈ ਕਿ ਮੇਰਾ ਕੰਟਰੋਲ ਰਵੇ। ਖਾਨ ਸਾਹਿਬ, ਮੈਂ ਬੁੱਢੀ ਜਿਹੜੀ ਹੈਗੀ ਏ, ਉਹ ਬੰਦਾ ਜਿਹੜਾ ਜੇਲ੍ਹ 'ਚ ਹੈਗਾ, ਉਹ ਬੁੱਢੀ ਨੂੰ ਆਪਣੀ ਪਈ ਹੈ। ਗਰੁੱਪਿੰਗ ਇਸ ਤਰ੍ਹਾਂ ਹੋਈ ਹੈ ਕਿ ਹਰ ਇੱਕ ਨੂੰ ਆਪਣੀ ਪਈ ਹੈ ਤੇ ਕਿਨੂੰ ਖੱਟ ਦੇ ਕਿਦਾ ਪਏ ਨੇ, ਜਿਹੜਾ ਅੰਦਰ ਹੈਗਾ ਉਹਦਾ ਖੱਟੀ ਜਾ ਰਹੇ ਨੇ। ਉਹਦੀ ਵਜ੍ਹਾ ਕਰਕੇ ਇਹਨਾਂ ਦੇ ਮੂੰਹ ਨੂੰ ਲੱਗ ਗਿਆ ਖੂਨ। ਯਾਨੀ ਕਿ ਭਰਾ ਨੂੰ ਤੁਸੀਂ ਸਮਝਿਆ ਹੀ ਨਹੀਂ, ਮੀਆਂ ਨੂੰ ਤੁਸੀਂ ਸਮਝਿਆ ਹੀ ਨਹੀਂ, ਆਪਣੇ ਮਜਾਜ਼ੀ ਖੁਦਾ ਨੂੰ ਤੁਸੀਂ ਕੁਝ ਨਹੀਂ ਸਮਝਿਆ। ਇਸ ਵਾਸਤੇ ਕਹਿੰਦੇ ਤੁਹਾਡੀ ਮੇਰੀ ਜ਼ਿੰਦਗੀ ਬੜੀ ਅੱਛੀ ਗੁਜ਼ਰਦੀ ਇਹਨਾਂ ਦੀ ਨਿਸਬਤ। ਬਿਲਕੁਲ ਇੱਦਾਂ ਹੀ ਹੈ। ਇਹ ਜਿਹੜਾ ਹੁੰਦਾ ਹੈ ਕਿ ਤੂੰ ਦੱਸਿਆ ਨਾ ਕਿ CEO ਲੈਸਕੋ ਦਾ ਕਿੱਡਾ ਵੱਡਾ, ਸਭ ਤੋਂ ਨੰਬਰ 1 ਪੋਜੀਸ਼ਨ, ਉਹਨੂੰ ਨਸਾਤਾ ਛੋਟਿਆਂ ਨੇ, ਨਸਾਤਾ। ਓਏ ਹੋਏ ਹੋਏ। ਔਰ ਇੱਕ ਹੋਰ ਗੱਲ, ਇੱਥੇ ਆਮਿਰ ਅਮੀਨ ਸਾਹਿਬ ਨੇ ਇੱਕ ਲੈਸਕੋ ਦੇ, ਅੱਛਾ, ਉਹਨਾਂ ਦਾ ਥੋੜਾ ਜ਼ਰਾ ਮਜ਼ੇਦਾਰ ਇਸ ਤਰ੍ਹਾਂ ਹੋ ਗਿਆ
ਕਿ ਉਹਨਾਂ ਨੇ ਕੀਤਾ ਕਿ ਉਹਨਾਂ ਦਾ ਸਬਆਰਡੀਨੇਟ ਕੋਈ ਨਾਸਰ ਨਾਮ ਦਾ ਹੈਗਾ ਸੀ। ਠੀਕ ਹੈ। ਸਬਆਰਡੀਨੇਟ ਨੂੰ ਉਹਨੇ ਕਿਹਾ, ਇਹ ਖਿਆਬਾਨ ਅਮੀਨ ਇੱਕ ਹਾਊਸਿੰਗ ਸੁਸਾਇਟੀ, ਠੀਕ ਹੈ, ਉਹਨਾਂ ਨੇ ਕਿਹਾ 5 ਟਰਾਂਸਫਾਰਮਰ ਲਾਓ। ਠੀਕ ਹੈ। ਉਹਨੇ ਕਿਹਾ ਸਰ ਅਸੀਂ ਨਹੀਂ ਲਾ ਸਕਦੇ। ਠੀਕ ਹੈ। ਹੁਣ ਅਫਸਰ ਹੈਗਾ ਸੀ, ਆਮਿਰ ਅਮੀਨ ਅਫਸਰ ਹੈਗਾ, ਉਹਨਾਂ ਨੂੰ ਰਿਮੂਵ ਕਰਕੇ ਇੱਕ ਸ਼ਬੀਰ ਨਾਮ ਦਾ ਕੋਈ ਬੰਦਾ ਹੈਗਾ, ਉਹਨੂੰ ਉਹਦੀ ਜਗ੍ਹਾ ਤੇ ਲਿਆਤਾ। ਉਹਨੂੰ ਡਿਊਲ ਚਾਰਜ ਦੇ ਕੇ ਤੇ ਖਿਆਬਾਨ ਅਮੀਨ ਨੂੰ 5 ਟਰਾਂਸਫਾਰਮਰ ਲਾਏ ਜਿਹੜੇ ਕਿ ਨਹੀਂ ਲਾ ਸਕਦੇ ਸਨ। ਕਾਨੂੰਨ ਇਹ ਕਹਿੰਦਾ ਹੋਏਗਾ, ਜਿਹੜਾ ਜ਼ਿਕਰ ਕੀਤਾ ਗਿਆ ਨਾ, ਇਸ ਪ੍ਰਾਈਮ ਮਿਨਿਸਟਰ ਆਫਿਸ ਦੇ ਲੈਟਰ ਜਿਹੜਾ ਜ਼ਿਕਰ ਹੈਗਾ ਕਿ ਉਹ ਨਹੀਂ ਲਾ ਸਕਦਾ ਸੀ। ਉਹ ਬੰਦਾ ਨਾਸਰ ਸਹੀ ਕਰਦਾ ਪਿਆ ਸੀ, ਠੀਕ ਹੈ, ਜਿਹਨੇ ਆਪਣੇ ਬੌਸ ਦੀ ਗੱਲ ਹੀ ਨਹੀਂ ਮੰਨੀ। ਅਖੀਰ ਬੌਸ ਨੇ ਟਰਾਂਸਫਰ ਕਰਤਾ ਉਹਦੀ ਜਗ੍ਹਾ ਤੇ ਆਪਣਾ ਬੰਦਾ ਬਿਠਾ ਕੇ, ਤੇ ਉਹਦੇ ਜਵਾਬ ਵਿੱਚ ਪ੍ਰਾਈਮ ਮਿਨਿਸਟਰ ਦਾ ਲੈਟਰ ਇਹ ਕਹਿੰਦਾ ਮੁਬੈਨਾ ਤੌਰ ਤੇ ਕਿ ਉਹਨੇ ਖਿਆਬਾਨ ਅਮੀਨ ਕੋ 25 ਕਰੋੜ ਰੁਪਏ ਦੀ ਫਾਈਲਾਂ ਨਹੀਂ ਹੁੰਦੀਆਂ ਪਲਾਟਾਂ ਦੀ 25 ਕਰੋੜ ਰੁਪਏ, ਇਹ ਲੈਟਰ 'ਚ ਲਿਖਿਆ 25 ਕਰੋੜ ਰੁਪਏ ਔਰ ਅਮਾਊਂਟ ਲਿਖੀ ਹੈ ਕਿ ਆਮਿਰ ਸਾਹਿਬ ਨੇ, ਜਿਹੜੇ ਲੈਸਕੋ ਦੇ ਬੜੇ ਵੱਡੇ ਅਫਸਰ ਹੈਗੇ ਨੇ, ਉਹਨਾਂ ਨੇ 25 ਕਰੋੜ ਰੁਪਏ ਦੇ ਫਾਈਲਾਂ। ਉਹਦੇ ਬਾਅਦ ਉਹ ਇੱਥੇ ਨਹੀਂ ਰੁਕੇ, ਆਮਿਰ ਸਾਹਿਬ ਨਹੀਂ ਰੁਕੇ, 25 ਕਰੋੜ ਰੁਪਏ ਦੀਆਂ। ਉਹ ਇੱਕ ਜਾਪਾਨੀ ਕੰਪਨੀ ਹੈਗੀ, ਮੈਂ ਖਿਆਲ ਜਾਪਾਨੀ ਕੰਪਨੀ ਹੈਗੀ, ਵਰਨਾ ਤੂੰ ਕਰੈਕਸ਼ਨ ਕਰਦੀ, ਹਿਟਾਚੀ ਜਾਪਾਨੀਜ਼ ਆ। ਹਿਟਾਚੀ ਨੂੰ ਨੌਨ ਟਾਈਪ ਟੈਸਟਡ ਸਰਕਟ ਬ੍ਰੇਕਰ ਜਿਹੜੇ ਹੁੰਦੇ ਸਨ, ਹਿਟਾਚੀ ਜਾਪਾਨ ਦੀ ਹੈਗੀ, ਜਾਪਾਨੀਜ਼ ਕੰਪਨੀ ਹੈ ਇਲੈਕਟ੍ਰੀਕਲ, ਤੇ ਹਿਟਾਚੀ ਮੈਂ ਖਿਆਲ ਜਾਪਾਨ ਵਿੱਚ ਹਰਕਤ ਨਹੀਂ ਕਰ ਸਕਦੀ। ਇਹ ਤੁਸੀਂ ਦੇਖ ਲਓ, ਆਪਣੇ ਮੁਲਕ ਵਿੱਚ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਕਿ ਉਹ ਕੁਛ ਕਰਨ। ਉੱਥੇ ਕਾਨੂੰਨ ਹੈਗਾ ਭਾਈ, ਇਦਾਂ ਹੀ ਹੈ, ਉੱਥੇ ਕਾਨੂੰਨ ਤੇ ਅਮਲ ਹੁੰਦਾ ਉੱਥੇ, ਸਾਡੇ ਇੱਥੇ ਨਹੀਂ ਹੁੰਦਾ। ਹਿਟਾਚੀ ਜੈਸਾ ਕਿੱਡੀ ਵੱਡੀ ਕੰਪਨੀ, ਮੁਬੈਨਾ ਤੌਰ ਤੇ ਉਹਨੇ ਫੇਵਰ ਲਿੱਤੀ, ਓਬਵੀਅਸ ਗੱਲ ਹੈ ਕਿ ਆਮਿਰ ਸਾਹਿਬ ਨੂੰ ਕੁਛ ਨਾ ਕੁਛ ਤੇ ਲਾਇਆ ਹੋਗਾ। ਔਰ ਉਹ ਇਲੀਗਲ, ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਦਾ ਲੈਟਰ ਕਹਿੰਦਾ ਪਿਆ ਕਿ ਉਹ ਇਲੀਗਲ ਫੇਵਰ ਹੈਗੀ ਸੀ, ਇੱਥੇ ਵੀ ਨਹੀਂ ਹੋਈ। ਆਮਿਰ ਅਮੀਨ ਸਾਹਿਬ ਨੇ ਇੱਕ, ਇਹ ਹੁਣ ਪ੍ਰਾਈਮ ਮਿਨਿਸਟਰ ਦਾ ਜਿਹੜਾ ਲੈਟਰ ਹੈਗਾ ਨਾ, ਇਹਦੇ ਵਿੱਚ ਉਹ ਫਰਨਿਸ ਆਇਲ ਫੈਕਟਰੀ ਦਾ ਨਾਂ ਨਹੀਂ ਲਿਖਿਆ, ਸਿਰਫ ਇਹ ਲਿਖਿਆ ਭਗਵਾਨਪੁਰਾ। ਠੀਕ ਹੈ। ਹੁਣ ਭਗਵਾਨਪੁਰੇ 'ਚ ਪਤਾ ਨਹੀਂ ਕਿੰਨੀਆਂ ਹੋਣਗੀਆਂ, ਮੈਨੂੰ ਤਾਂ ਨਹੀਂ ਪਤਾ। ਅਗਰ ਨਾ ਹੁੰਦਾ ਉਹ ਫਰਨਿਸ ਆਇਲ ਫੈਕਟਰੀ ਦਾ, ਤੇ ਮੈਂ ਨਾਮ ਹੀ ਲੈ ਰਿਹਾ ਹੁੰਦਾ, ਨਾਂ ਨਹੀਂ ਲਿਖਿਆ। ਉਹ ਕਹਿੰਦੇ ਨੇ ਕਿ ਆਮਿਰ ਅਮੀਨ ਨੇ ਉੱਥੇ ਗੜਬੜ ਕੀਤੀ, ਪੈਸੇ ਫੜੇ, ਤੇ ਆਮਿਰ ਅਮੀਨ ਦਾ ਜਿਹੜਾ ਸਬਆਰਡੀਨੇਟ ਸੀ SDO ਸਾਦੁੱਲਾ, ਮੇਰੇ ਖਿਆਲ ਨਾਮ ਹੈਗਾ, ਸਾਦੁੱਲਾ ਸਾਹਿਬ ਫੈਕਟਰੀ ਪਹੁੰਚ ਗਏ, ਫਰਨਿਸ ਆਇਲ ਫੈਕਟਰੀ ਪਹੁੰਚ ਗਏ ਕਿ ਦਿਓ ਮੈਨੂੰ ਵੀ ਦਿਓ ਹਿੱਸਾ। ਵਾਹ। ਉਹਨਾਂ ਨੇ ਕੁੱਟਿਆ, ਉਹ ਫੈਕਟਰੀ ਸਟਾਫ ਨੇ ਕੁੱਟਿਆ। ਕੁੱਟਣ ਦੀ ਵਜ੍ਹਾ ਹੈਗੀ ਕਿ ਤੇਰੇ ਸਾਹਿਬ ਨੂੰ ਅਸੀਂ ਦੇ ਚੁੱਕੇ ਹਾਂ, ਹੁਣ ਤੂੰ ਹੀ ਮੰਗਣ ਆ ਗਿਆ। ਇਦਾਂ ਹੀ ਜ਼ਾਹਿਰ ਸੀ ਗੱਲ। ਉਹ ਤੇ ਡਿਪਾਰਟਮੈਂਟਲ ਇਨਕੁਆਇਰੀ ਹੋ ਗਈ ਉਹਤੇ, ਠੀਕ ਹੈ, ਤੇ ਆਮਿਰ ਸਾਹਿਬ ਵੀ ਸਸਪੈਂਡ ਹੋ ਗਏ, ਠੀਕ ਹੈ, ਤੇ ਉਹ ਸਾਦੁੱਲਾ ਸਾਹਿਬ ਜਿਹੜੇ SDO ਸਨ ਉਹ ਵੀ ਸਸਪੈਂਡ ਹੋ ਗਏ। ਮਤਲਬ ਕੁੱਟਣ ਦੀ ਵਾਰੀ ਆ ਗਈ, ਯਾਨੀ ਕਿ ਸਾਹਿਬ ਨੇ ਪੈਸੇ ਲਿੱਤੇ ਨੇ। ਇਹ ਫਰਨਿਸ ਆਇਲ ਫੈਕਟਰੀ ਹੈਗੀ ਕੋਈ ਭਗਵਾਨਪੁਰੇ ਦੀ, ਪ੍ਰਾਈਮ ਮਿਨਿਸਟਰ ਦੇ ਲੈਟਰ ਵਿੱਚ ਉਹਦਾ ਕੋਈ ਜ਼ਿਕਰ ਨਹੀਂ, ਉਹਦਾ ਨਾਂ ਨਹੀਂ ਹੈਗਾ, ਸਿਰਫ ਇਹ ਲਿਖਿਆ ਕਿ ਫਰਨਿਸ ਆਇਲ ਫੈਕਟਰੀ। ਹੁਣ ਉੱਥੇ ਐਕਸ਼ਨ ਸਾਹਿਬ ਤੇ ਪੈਸੇ ਲੈ ਲਿੱਤੇ ਨੇ, ਤੂੰ ਕੀ ਕਰਨ ਗਿਆ? ਤੇਰੀ ਐਕਸ਼ਨ ਨਾ ਬਣਦੀ ਨਹੀਂ, ਤੂੰ ਐਕਸ਼ਨ ਨੂੰ ਜਾ ਕੇ ਕਿਹਾ ਕਿ ਸਾਰਾ ਆਪ ਲਿਆ ਤੇ ਮੇਰਾ ਵੀ ਦਿਓ ਹਿੱਸਾ। ਉਹ ਆਪ ਪਹੁੰਚ ਗਿਆ, ਫੈਕਟਰੀ ਪਹੁੰਚ ਗਿਆ, ਉਹਨਾਂ ਨੇ ਕੁੱਟਿਆ। ਇਹ ਪ੍ਰਾਈਮ ਮਿਨਿਸਟਰ ਆਫਿਸ ਦੇ ਲੈਟਰ ਵਿੱਚ ਲਿਖਿਆ ਕਿ ਬੀਟਨ ਦਾ ਮਤਲਬ ਤਾਂ ਇਹੀ ਹੈਗਾ ਨਾ, ਕੁੱਟਿਆ। ਯਾਰ ਤੁਸੀਂ ਹੱਸਦੇ ਪਏ ਹੋ, ਮਤਲਬ ਕਿ ਇਹ ਕਰਪਸ਼ਨ ਇੱਕ ਐਸੀ ਚੀਜ਼ ਹੈਗੀ ਜਿਹੜੀ ਤੁਹਾਨੂੰ ਕੁੱਟ ਵੀ ਪਵਾ ਦਿੰਦੀ ਹੈ। ਯਾਰ ਮਤਲਬ ਕਿ ਮੈਨੂੰ ਹੈਰਤ ਹੈ ਹੁੰਦੀ ਕਿ ਇੱਕ SDO ਲੈਵਲ ਦਾ ਬੰਦਾ ਸਟਾਫ ਕੋ ਕੁੱਟ ਖਾ ਲਈਏ ਜਾ ਕੇ। ਖਾਨ ਸਾਹਿਬ ਮੈਂ ਨਾ ਅੱਛਾ, ਇੱਕ ਹੋਰ ਮੈਨੂੰ ਇਹਨਾਂ ਯਾਦ ਆ ਗਿਆ, ਐਸੇ ਗਰੁੱਪ ਦਾ, ਲੈਸਕੋ ਦੇ ਆਮਿਰ ਸਾਹਿਬ ਜਿਹੜੇ ਹੈਗੇ ਨੇ ਔਰ ਇਹਨਾਂ ਦੇ ਟੋਲ ਐਕਸੀਅਨ ਹੈਗੇ ਨੇ। ਇੱਕ ਹੋਰ ਯਾਦ ਆ ਗਿਆ, ਇਹ ਦੱਸੋ ਕਿ ਰਾਇਲ ਰੈਜ਼ੀਡੈਂਸੀ ਹਾਊਸਿੰਗ ਸੁਸਾਇਟੀ ਹੈ ਕੋਈ? ਰਾਇਲ ਰੈਜ਼ੀਡੈਂਸ਼ੀਆ ਬਿਲਕੁਲ ਹੈ। ਅੱਛਾ, ਰਾਇਲ ਰੈਜ਼ੀਡੈਂਸ਼ੀਆ ਦਾ ਜਿਹੜਾ ਨਾਂ ਹੈਗਾ ਨਾ, ਉਹ ਪ੍ਰਾਈਮ ਮਿਨਿਸਟਰ ਸੈਕਟਰੀਏਟ ਦਾ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਦਾ ਖੱਤ ਹੈਗਾ ਨਾ, ਉਹਦੇ 'ਚ ਉਹਦਾ ਜ਼ਿਕਰ ਹੈਗਾ।
ਅੱਛਾ ਮੈਂਸ਼ਨ ਹੈਗਾ ਕਿ ਇਹਨਾਂ ਨੂੰ ਫੇਵਰ ਦਿੱਤੀ ਗਈ। ਠੀਕ ਹੈ। ਉਹ ਹੁੰਦਾ ਹੈ ਕਿ ਇੱਕ 20 ਮੈਗਾਵਾਟ 20 ਮੈਗਾਵਾਟ ਤੋਂ ਅਗਰ ਥੱਲੇ ਹੋਵੇ ਨਾ ਤੇ ਹਾਊਸਿੰਗ ਸੁਸਾਇਟੀ ਮੁਬਰਰਾ ਹੋ ਜਾਂਦੀ ਕਿ ਜੋ ਖਰਚਾ ਹੋਏਗਾ ਫਿਰ ਲੈਸਕੋ ਕਰੇਗੀ ਜਾਂ ਕੋਈ ਹੋਰ ਡਿਸਕੋ ਕੰਪਨੀ ਕਰੇਗੀ। ਡਿਸਕੋ ਕਹਿੰਦੇ ਨਾ। ਠੀਕ ਹੈ। ਇਹਨਾਂ ਨੂੰ ਡਿਸਕੋ ਕਹਿੰਦੇ ਨੇ। ਲੈਸਕੋ ਜਿੰਨੀਆਂ ਕੰਪਨੀਆਂ ਹੈਗੀਆਂ ਨਾ ਇਹਨਾਂ ਨੂੰ ਡਿਸਕੋ ਕਿਹਾ ਜਾਂਦਾ। ਅੱਛਾ ਹਾਂ, ਡਿਸਕੋ ਸਟੈਂਡਸ ਫੋਰ, ਮੈਂ ਇਸ ਟਾਈਮ ਭੁੱਲਣਾ ਪਿਆ। ਡਿਸਕੋ ਵਾਕਈ ਡਿਸਕੋ ਕਿਹਾ ਜਾਂਦਾ। ਡਿਸਕੋ ਕਿਹਾ। ਤੇ ਇਹਨਾਂ ਦਾ ਹੈਗਾ ਸੀ ਕਿ ਉਹਨੇ ਕੀ ਕੀਤਾ। ਠੀਕ ਹੈ। ਇਹ ਆਮਰ ਸਾਹਿਬ ਨੇ ਕੀ ਕੀਤਾ। ਠੀਕ ਹੈ। ਉਹਨੇ ਕਿਹਾ ਕਿ ਪਤਾ ਨਹੀਂ ਕੋਈ 30 ਮੈਗਾਵਾਟ ਜਾਂ 25 ਮੈਗਾਵਾਟ ਉਹ ਉਸ ਲਿਮਿਟ ਤੋਂ ਉੱਤੇ ਹੈਗੀ ਸੀ ਜਿੱਥੇ ਕਿ ਹਾਊਸਿੰਗ ਸੁਸਾਇਟੀ ਨੂੰ ਖਰਚਾ ਪੈਣਾ ਸੀ। ਉਹਨੇ ਥੱਲੇ ਕਰਕੇ ਨਾ ਤੇ ਹਾਊਸਿੰਗ ਸੁਸਾਇਟੀ ਨੂੰ ਖਰਚੇ ਤੋਂ ਬਚਾ ਲਿਆ ਤੇ ਖਰਚਾ ਕਿਤੇ ਪਾਤਾ ਲੈਸਕੋ ਦੇ ਉੱਤੇ, ਕੌਮੀ ਖਜ਼ਾਨੇ ਦੇ ਉੱਤੇ ਖਰਚਾ। ਬਹੁਤ ਅੱਛੇ। ਕਰੋੜਾਂ ਰੁਪਏ ਦਾ ਖਰਚਾ ਕੌਮੀ ਖਜ਼ਾਨੇ ਦੇ ਉੱਤੇ ਪਾਤਾ ਤੇ ਉੱਥੋਂ ਫੇਵਰ ਲਿੱਤੀ ਹੋਣੀ। ਉਹ ਆਬਵੀਅਸ ਬਾਤ ਹੈ। ਹੁਣ ਪ੍ਰਾਈਮ ਮਿਨਿਸਟਰ ਆਫਿਸ ਹੈ, ਖੱਤ ਉਹਦੇ 'ਚ ਜ਼ਿਕਰ ਹੈਗਾ। ਮੈਂ ਆਪਣੇ ਕੋਲ ਤੇ ਨਹੀਂ ਕਹਿੰਦਾ ਪਿਆ। ਹੁਣ ਤੁਸੀਂ ਦੇਖੋ ਕਿ ਅਗਰ पोस्टिंग आपकी अच्छी मिल गई है और अगर पोस्टिंग तेनू चंगी मिल गई ना सरकारी और तेरी नीयत खराब हैगी तू बहुत पैसे कमा सकना। सजा तो तेनू मिलनी। हाँ साहब, मैं सुनिया थोड़े बड़े लिंक ने सरकारी महकमे। नहीं ये लिंक देखो ना, मैं करदा की हाँ, मेरे हाथी डॉक्यूमेंट इस वास्ते कई लोग जिहड़े ना वो मैनू यही कहंदे ने खान साहब तुहाडे हत्थ डॉक्यूमेंट चढ़ जान ना मेरी पोस्टिंग करा दो यार। नहीं पोस्टिंग नहीं करा सकदा, फिर मैनू रलना पैगा। ਇਹ ਗੱਲ ਹਾਂ, ਜਿਹੜਾ ਪੋਸਟਿੰਗ ਕਰਾਉਂਦਾ ਨਾ ਫਿਰ ਉਹ ਰਲ ਜਾਂਦਾ। ਉਹਨੂੰ ਰਲਣਾ ਪੈਂਦਾ। ਆਬਵੀਅਸ ਗੱਲ ਹੈ, ਪੋਸਟਿੰਗ ਜਿਹੜਾ ਦੇਣ ਵਾਲਾ ਉਹਨੂੰ ਓਬਲਾਈਜ ਕੀਤਾ ਨਾ ਤੇ ਓਬਲਾਈਜ ਦਾ ਜਵਾਬ ਤੁਸੀਂ ਓਬਲਾਈਜ ਕਰਕੇ ਦਿਓਗੇ। ਇਦਾਂ ਹੀ ਹੈ। ਇਸ ਤਰ੍ਹਾਂ ਆਪਣਾ ਕੈਮਰਾਮੈਨ ਨਹੀਂ ਹੈਗਾ, ਕੀ ਨਾਂ ਹੈਗਾ, ਕਮੈਲ। ਹਾਂ, ਇਹ ਮੈਨੂੰ ਕਹਿੰਦਾ ਸੀ ਕਿ ਟਰੱਕ ਲੰਘਾਉਣਾ ਇੱਕ ਜਗ੍ਹਾ ਤੋਂ ਰਾਤ ਦੇ ਵਕਤ 'ਚ। ਮੈਂ ਕਿਹਾ ਕਰਨਾ ਕੀ ਟਰੱਕ 'ਚ ਹੈਗਾ ਕੀ? ਕਹਿੰਦਾ ਰਜ਼ਾਈਆਂ ਹੈਗੀਆਂ ਨੇ। ਮੈਂ ਕੋਲ ਰਜ਼ਾਈਆਂ ਟਰੱਕ ਰਜ਼ਾਈਆਂ ਨਾਲ ਭਰਿਆ। ਉਹ ਕੋਈ ਪਾਗਲ ਤਾਂ ਨਹੀਂ ਹੋ ਗਿਆ ਯਾਰ? ਰਾਤ ਦੇ ਟਾਈਮ ਟਰੱਕ ਲੰਘਾਉਣਾ ਜਿਹਦੇ ਰਜ਼ਾਈਆਂ ਤੇ। ਮੈਂ ਕਿਹਾ ਲੰਘਾ ਲੈ। ਕਹਿੰਦਾ ਨਹੀਂ ਉਹ ਰੋਕ ਸਕਦੇ ਨੇ। ਠੀਕ ਹੈ ਨਾ। ਤੇ ਇਹ ਹੁੰਦਾ ਕਿ ਤੁਸੀਂ ਸਰਕਾਰੀ ਮਹਿਕਮੇ। ਮੈਂ ਆਪਣੀ ਬੁੱਢੀ ਨੂੰ ਇੱਕ ਦਫਾ ਕਿਹਾ ਸੀ, ਉਹ ਨਮਾਜ਼ ਪੜ੍ਹਦੀ ਪਈ ਸੀ। ਇਹ ਬੜੀ ਪੁਰਾਣੀ ਗੱਲ ਹੋ ਗਈ। ਉਹ ਨਮਾਜ਼ ਪੜ੍ਹਦੀ ਸੀ ਹਟੀ ਤੇ ਮੈਨੂੰ ਪਤਾ ਨਹੀਂ ਕੀ ਹੋਇਆ। ਮੈਂ ਕਿਹਾ ਕੋਈ ਇੱਕ ਦੁਆ ਮੇਰੇ ਵੱਲੋਂ ਮੰਗ ਲਿਆ ਕਰ। ਕਹਿੰਦੀ ਕੀ? ਮੈਂ ਕਿਹਾ ਸਰਕਾਰੀ ਮਹਿਕਮੇ ਦਾ ਕੰਮ ਨਹੀਂ ਪੈਣਾ ਚਾਹੀਦਾ ਪਾਕਿਸਤਾਨ ਵਿੱਚ। ਹੁਣ ਮੇਰੀ ਬੁੱਢੀ ਵਾਸਤੇ ਬੜੇ ਝਟਕੇ ਦੀ ਗੱਲ ਹੈ ਕਿ ਸਰਕਾਰੀ ਮਹਿਕਮੇ ਤੇ ਸਤਾਰ ਖਾਨ ਦੇ ਪੈਰੀ 'ਚ ਪਏ ਹੁੰਦੇ ਨੇ। ਤੇ ਮੈਂ ਕਿਹਾ ਜੇ ਮੇਰੀ ਹਾਲਤ ਹੈ ਤੇ ਆਮ ਬੰਦੇ ਪਾਕਿਸਤਾਨੀ ਦੀ ਕੀ ਹਾਲਤ ਹੋਏ? ਓ ਐਗਜ਼ੈਕਟਲੀ, ਸਮਝ ਰਹੇ ਹੋ? ਪੁਆਇੰਟ ਇਹੀ ਲੈਸਕੋ ਦੀ ਗੱਲ ਕਰਨਾ ਪਿਆ ਨਾ। ਮੇਰੇ ਹਾਲਾਤ ਹੁੰਦੇ ਨੇ, ਕਦੀ ਮੈਂ ਨੌਕਰੀ ਤੇ ਚੜ੍ਹਿਆ ਹੁੰਦਾ, ਕਦੀ ਨੌਕਰੀ ਤੋਂ ਕੱਢਦਾ ਜਾਂਦਾ। ਉਹ ਬਿੱਲ ਨਹੀਂ ਆਉਂਦਾ, ਬਿਜਲੀ ਦਾ ਬਿੱਲ ਟਿਕਾ ਕੇ। ਹੁਣ ਬਿਜਲੀ ਅਸੀਂ ਇਸਤੇਮਾਲ ਕਰਨੇ ਆ। ਮੈਂ ਉਹ ਬੰਦਿਆਂ 'ਚ ਨਹੀਂ ਹੈਗਾ ਜਿਹੜਾ ਕਵੇ ਕਿ ਜੀ ਮੈਂ ਬਿਜਲੀ ਇਸਤੇਮਾਲ ਨਹੀਂ ਕਰਦਾ ਤੇ ਬਿੱਲ ਬੜਾ ਆ ਗਿਆ। ਉਹ ਜਿੰਨਾ ਮੈਂ ਇਸਤੇਮਾਲ ਕਰਨਾ ਉਹਨਾਂ ਤੇ ਆਣਾ ਹੀ ਆਣਾ। ਉਹ ਬੰਦੇ ਵਿਚਾਰੇ ਬਿਲਕੁਲ ਠੀਕ ਕਹਿੰਦੇ ਨੇ ਕਿ ਜਿਨ੍ਹਾਂ ਦਾ 3 ਮਰਲੇ ਦਾ ਮਕਾਨ ਹੁੰਦਾ, ਇੱਕ ਪੱਖਾ ਲੱਗਾ ਹੁੰਦਾ ਤੇ ਉਹਨਾਂ ਨੂੰ 2.5 ਲੱਖ ਦਾ ਬਿੱਲ ਆ ਜਾਂਦਾ। ਉਹ ਆਪਣੀ ਜਗ੍ਹਾ ਤੇ ਸਹੀ ਹੈਗਾ। ਮੈਂ ਉਹਦੇ ਨਾਲ ਲੱਗ ਜਾਣਾ ਕਿ ਤੇਰੇ ਨਾਲ ਜ਼ਿਆਦਤੀ ਹੋਈ। ਸਾਡੇ ਇੱਥੇ AC ਵੀ ਲਾ ਕੇ ਅਸੀਂ ਬੈਠੇ ਹੁੰਦੇ ਹਾਂ, ਹਰ ਚੀਜ਼ ਇਸਤੇਮਾਲ ਕਰਨੇ ਆ। ਬਾਈ ਜਦੋਂ ਬਿੱਲ ਆਉਂਦਾ, ਖਾਨ ਸਾਹਿਬ ਬਿੱਲ ਬੜਾ ਆਇਆ। ਮੈਂ ਕਿਹਾ ਤੂੰ ਇਸਤੇਮਾਲ ਹੀ ਓਨਾ ਕੀਤਾ, ਬਿੱਲ ਓਨਾ ਆਇਆ। ਏਦਾਂ ਹੀ ਹੈ। ਜੇ ਕੋਈ ਗੜਬੜ ਹੋਈ ਨਾ, ਅਗਰ ਗੜਬੜ ਤੂੰ ਸਬੂਤ ਦੇ ਨਾਲ ਫੜੇਗਾ ਫਿਰ ਮੈਂ ਤੇਰੇ ਨਾਲ ਹੈਗਾ। ਹੁਣ ਬਿੱਲ ਆਉਂਦੇ ਸਨ, ਉਹ 2 ਦਫਾ ਇੰਝ ਹੋਇਆ। ਮੈਨੂੰ ਕਿਸੇ ਯਾਰ ਦੋਸਤ ਨੂੰ ਕਹਿਣਾ ਪਿਆ। ਮੈਂ ਕਿਹਾ ਕਿਸ਼ਤਾਂ ਕਰਾ ਸਕਦਾ? ਕਹਿੰਦਾ ਹਾਂ ਜੀ ਮੈਂ ਕਰਾ ਦਿਆਂਗਾ। ਤੇ ਕਿਸ਼ਤ 'ਚ ਹੋਏਗਾ ਕਿ ਅਗਲਾ ਜਿਹੜਾ ਬਿੱਲ ਆਏਗਾ ਨਾ ਉਹ ਫਿਰ ਅਮਾਊਂਟ ਵੱਧ ਜਾਂਦੀ। ਉਹ ਮੈਂ ਕਿਹਾ ਫਿਲਹਾਲ ਤੇ ਭਾਈ ਮੈਂ ਨੌਕਰੀ ਤੋਂ ਬਾਹਰ ਹੈਗਾ, ਕਿਸੇ ਤਰੀਕੇ ਨਾਲ ਮੈਂ ਬਿੱਲ ਦੇਣਾ। ਤੇ ਬਿਜਲੀ ਵਾਲੇ ਆਉਂਦੇ ਸਨ, ਲੈਸਕੋ ਵਾਲੇ ਆਉਂਦੇ ਸਨ। ਮੈਂ ਇੰਝ ਘਬਰਾਇਆ ਹੁੰਦਾ ਸਾਂ ਕਿ ਮੇਰੇ ਘਰ ਵਾਲਿਆਂ ਨਾਲ ਤੱਕਣ। ਇੱਕ ਲਾਈਨਮੈਨ, ਇੱਕ ਮੀਟਰ ਰੀਡਰ, ਤੁਹਾਨੂੰ ਲੱਗ ਪਤਾ ਜਾਂਦਾ ਅਗਰ ਤੁਹਾਡੇ ਵਾਲਾ ਇੰਝ ਤੱਕ ਲਵੇ ਉਹ ਤੁਹਾਨੂੰ ਗੋਡਿਆਂ ਨੂੰ ਹੱਥ ਲਾਉਣਾ ਪਏਗਾ। ਏਦਾਂ ਹੀ ਹੈ। ਠੀਕ ਹੈ। ਇੱਕ ਦਫਾ ਹੋਇਆ ਸੀ ਕਿ ਉਹਨੂੰ ਮੇਰੇ ਨਾਲ ਕੋਈ ਕੰਮ ਪੈ ਗਿਆ। ਇੱਕ ਲਾਈਨਮੈਨ ਮੀਟਰ ਰੀਡਰ ਦੇ ਲੈਵਲ ਦੀ ਮੈਂ ਗੱਲ ਕਰਨਾ ਪਿਆ। ਉਹ ਮੈਂ ਆਪਣੀ ਬੁੱਢੀ ਨੂੰ ਕਿਹਾ ਉਹਨੂੰ ਬੁਲਾ ਲਿਆ। ਹੁਣ ਡਿਫੈਂਸ ਵਿੱਚ ਮੇਰਾ ਘਰ ਹੈਗਾ, ਬੁਲਾ ਲਿਆ। ਮੈਂ ਉਹਨੂੰ ਇੱਕ ਚੀਜ਼ ਦਾ ਕਿਹਾ। ਮੈਂ ਕਿਹਾ ਮੈਨੂੰ ਕੋਈ TV ਦੇਖ ਲਵੇ ਵੱਖਰੀ ਗੱਲ ਹੈ,
ਤੂੰ ਆਪਣੇ ਦਾएं ਬਾएं ਕਦੀ ਗੱਲ ਨਹੀਂ ਕਰਨੀ ਕਿ ਤੂੰ ਮੈਨੂੰ ਜਾਣਨਾ। ਕੰਮ ਦੱਸ, ਜੇ ਮੈਰਿਟ ਤੇ ਹੈਗਾ ਤੇ ਮੈਂ ਅੱਗੇ ਲਾ ਕੇ ਕਰਾ ਲਾਂਗਾ, ਤੇ ਜੇ ਮੈਰਿਟ ਹੀ ਨਹੀਂ ਨਾ ਹੈਗਾ ਤੇ ਭੱਜ ਜਾ, ਤੂੰ ਕੋਈ ਹੋਰ ਘਰ ਲੱਭ। ਮੈਂ ਕਹਾਂ ਮੈਂ ਇਹਨਾਂ ਨੂੰ ਮੈਂ ਪੈ ਜਾਣਾ ਹੁੰਦਾ, ਇਹਨਾਂ ਨੂੰ ਮੈਂ ਛੱਡਦਾ ਹੀ ਨਹੀਂ, ਤੇ ਜੇ ਮੈਂ ਇਹਨਾਂ ਕੋਲ ਕੰਮ ਲਾਂਗਾ ਤੇ ਫਿਰ ਮੈਨੂੰ ਛੱਡਣਾ ਪਏਗਾ। ਅਰੇ ਮਗਰ ਤੁਸੀਂ ਕੰਮ ਕਰਵਾਉਂਦੇ ਹੋ, ਫੇਵਰ ਜੇ ਲੈਂਦੇ ਹੋ ਤੇ ਦੇਣਾ ਵੀ ਪਏਗਾ। ਖਾਨ ਸਾਹਿਬ ਜੀ ਆਪਣੇ ਆਪ ਨੂੰ ਉਦੋਂ ਕਦੋਂ ਨਾ ਗਿਆ ਮੈਂ ਉਧਾਰ ਮੰਗਣਾ, ਆਪਣੇ ਦੋਸਤਾਂ ਕੋਲ ਮੰਗਣਾ। ਦੋਸਤਾਂ ਕੋਲ ਉਧਾਰ ਮੰਗਣ ਦਾ ਕੀ ਹੁੰਦਾ, ਤੁਹਾਨੂੰ ਫਾਇਦਾ ਕੀ ਹੁੰਦਾ? ਉਹਨਾਂ ਨੂੰ ਪਤਾ ਕਿ ਇਹਦੇ ਕੋਲ ਪੈਸੇ ਹੋਣਗੇ, ਵਾਪਸ ਕਰ ਦੇਗਾ। ਉਹਨਾਂ ਤੋਂ ਇਲਾਵਾ ਉਧਾਰ ਕਦੀ ਨਾ ਫੜਨਾ ਕਿਸੇ ਕੋਲ। ਤੁਹਾਨੂੰ ਬਾਜ਼ਾਰ 'ਚ ਉਹਨੇ ਫੜ ਲਿਆ ਨਾ, ਆਰਾਮ ਸਾਹਿਬ ਤੁਹਾਡੇ ਪੱਲੇ ਕੁਛ ਨਹੀਂ ਰਹੇਗਾ। ਤੁਸੀਂ ਚੋੜੇ ਹੋ ਕੇ ਫਿਰਦੇ ਹੋ ਨਾ ਇੰਝ ਕਰਕੇ। ਉਹਨੇ ਜਦੋਂ ਲੋਕਾਂ ਦੇ ਸਾਹਮਣੇ ਕਹਿਣਾ ਇਸ ਬੰਦੇ ਨੇ ਮੇਰੇ ਪੈਸੇ ਉਧਾਰ ਦੇਣੇ ਨੇ, ਮੈਨੂੰ ਇਹਨੇ 10 ਦਿਨ ਦਾ ਕਿਹਾ ਸੀ, ਹੁਣ 3 ਮਹੀਨੇ ਹੋ ਗਏ ਨੇ। ਖੁਦਾ ਦੀ ਕਸਮ ਬੰਦੇ ਦੇ ਪੱਲੇ ਕੁਛ ਨਹੀਂ ਰਹਿੰਦਾ। ਏਦਾਂ ਹੀ ਹੈ। ਇਹ ਮੈਂ ਉਹ ਗੱਲ ਕਰਨਾ ਪਿਆ ਕਿ ਜਦੋਂ ਤੁਸੀਂ ਕਿਸੇ ਐਸੀ ਪੋਜੀਸ਼ਨ ਹੀ ਬੈਠੇ ਹੁੰਦੇ ਜਦੋਂ ਓਬਲਾਈਜ਼ ਕਰ ਸਕਦੇ ਹੋ, ਤੇ ਮਾੜੇ ਤੋਂ ਮਾੜਾ ਬੰਦਾ ਦੇਖੋ ਉਹਨੂੰ ਓਬਲਾਈਜ਼ ਕਰ ਦਿਓ। ਉਹਨੂੰ ਓਬਲਾਈਜ਼ ਕਰਨ ਵਾਲਾ ਕੋਈ ਨਹੀਂ ਹੁੰਦਾ ਪਾਕਿਸਤਾਨ 'ਚ। ਉਹ ਧੱਕੇ ਹੀ ਖਾ ਰਿਹਾ ਹੁੰਦਾ ਵਿਚਾਰਾ। ਸਰਕਾਰੀ ਦਫ਼ਤਰਾਂ 'ਚ ਤੁਸੀਂ ਧੱਕੇ ਖਾਂਦੇ ਬੰਦਾ ਦੇਖ ਲਓ, ਉਹ ਮਾੜਾ ਹੀ ਬੰਦਾ ਹੋਏਗਾ। ਉਹਦੇ 'ਚ ਕਿਸੇ ਦਾ ਕੰਮ ਕਰਦੇ ਹੋ, ਸਾਰੀ ਜ਼ਿੰਦਗੀ ਤੁਹਾਨੂੰ ਯਾਦ ਰੱਖੇ। ਖਾਨ ਸਾਹਿਬ ਮੈਂ ਤੁਹਾਨੂੰ ਕੱਲ ਦਾ ਇੱਕ ਸੀਨ ਦੱਸ ਦਿੰਦਾ। ਮੈਂ ਕੱਲ ਲਿਬਰਟੀ ਮਾਰਕੀਟ ਗਿਆ। ਲਿਬਰਟੀ ਮਾਰਕੀਟ ਇੱਕ ਮੁੰਡਾ ਫੇਰੀ ਵਾਲਾ, ਕੰਧੇ ਤੇ ਉਹਨੇ ਸ਼ਾਪਰ ਟੰਗਿਆ ਤੇ ਪਾਪੜ ਵੇਚਣ ਦੇ ਆ। ਲਿਬਰਟੀ ਮਾਰਕੀਟ 'ਚ ਪਾਪੜ ਵੇਚਦਾ ਮੇਨ ਰੋਡ ਤੇ ਨਿਕਲਿਆ ਤੇ ਟ੍ਰੈਫਿਕ ਵਾਰਡਨ ਨੇ ਉਹਨੂੰ ਡੱਕ ਲਿਆ। ਪਾਪੜ ਵਾਲੇ ਨੂੰ ਟ੍ਰੈਫਿਕ ਵਾਰਡਨ ਨੇ ਡੱਕਿਆ, ਪੈਦਲ ਚੱਲਦੇ ਨੂੰ। ਓਏ ਤੂੰ ਫੇਰੀ ਦਾ ਕੰਮ ਕਰ ਰਿਹਾ। ਟ੍ਰੈਫਿਕ ਵਾਰਡਨ ਉਹਨੂੰ ਲੈ ਕੇ ਗਿਆ ਨਾਲ ਆਪਣੇ ਲਿਬਰਟੀ ਥਾਣੇ। ਉੱਥੇ ਟ੍ਰੈਫਿਕ ਵਾਰਡਨਾਂ ਦਾ ਸੈਗਮੈਂਟ ਹੈ, ਉੱਥੇ ਜਾ ਕੇ ਉਹਦਾ ਮਾਲ ਮੂਲ ਰੱਖਤਾ ਤੇ ਉਹਨੂੰ ਕਿਹਾ ਕਿ ਬਈ ਤੇਰੇ ਤੇ FIR ਹੋਏਗੀ। ਹਾਂ ਸਾਹਿਬ ਉਹ ਅੱਛਾ, ਮੈਂ ਲਿਬਰਟੀ ਜਾਣਾ ਰਹਿਣਾ ਪ੍ਰੋਗਰਾਮ ਕਰਨ। ਉਹ ਮੁੰਡਾ ਕਿੱਥੇ ਆ ਗਿਆ ਮੇਰੇ ਕੋਲ, ਮੈਂ ਰਿਕਾਰਡਿੰਗ ਕਰ ਰਿਹਾ ਸੀ। ਮੈਨੂੰ ਆ ਕੇ ਆਂਦਾ ਅਰਹਮ ਭਾਈ ਇੰਜ ਹੋਇਆ ਟ੍ਰੈਫਿਕ। ਮੈਂ ਕਿਹਾ ਟ੍ਰੈਫਿਕ ਵਾਰਡਨ ਤੈਨੂੰ ਕਿੱਦਾਂ ਡੱਕ ਸਕਦਾ ਪੈਦਲ ਬੰਦੇ ਨੂੰ? ਟ੍ਰੈਫਿਕ ਵਾਰਡਨ ਦਾ ਤੇ ਰਾਈਟ ਹੀ ਨਹੀਂ ਹੈ। ਮੈਂ ਚਲਾ ਗਿਆ ਖਾਨ ਸਾਹਿਬ ਥਾਣੇ। ਜਦੋਂ ਮੈਂ ਥਾਣੇ ਗਿਆ, ਅੱਛਾ ਉਹ ਮੁੰਡਾ ਮੇਰੇ ਤੋਂ ਪਹਿਲਾਂ ਵੀ ਤੈਨੂੰ ਥਾਣੇ ਨਹੀਂ ਜਾਣਾ ਚਾਹੀਦਾ ਸੀ। ਮੈਨੂੰ ਨਹੀਂ ਜਾਣਾ ਚਾਹੀਦਾ ਸੀ। ਇੱਕ ਤੇ ਗੱਲ ਆਪਣੀ ਜ਼ਿਹਨ 'ਚ ਰੱਖੋ, ਜਦੋਂ ਤੁਸੀਂ ਕਿਸੇ ਮਾੜੇ ਬੰਦੇ ਦੇ ਵਾਸਤੇ ਜਾਓਗੇ ਨਾ, ਮਿਸਕੀਨ, ਮਾੜਾ, ਲਾਵਾਰਸ, ਗਰੀਬ, ਜਿਹਦੀ ਕੋਈ ਸੁਣਦਾ ਨਹੀਂ। ਪਾਕਿਸਤਾਨ 'ਚ ਹੈਗਾ ਕਿ ਜਿਹੜਾ ਮਾੜਾ, ਮਿਸਕੀਨ, ਗਰੀਬ ਆਦਮੀ ਹੈਗਾ ਨਾ, ਉਹਨੂੰ ਇਸ ਮੁਲਕ 'ਚ ਰਹਿਣਾ ਵੀ ਨਹੀਂ ਚਾਹੀਦਾ। ਇੱਦਾਂ ਹੀ ਹੈ, ਉਹਨੂੰ ਹੋਰ ਦਬਾਇਆ ਜਾਂਦਾ। ਇਸ ਮੁਲਕ 'ਚ ਰਹਿਣ ਵਾਲਾ ਭਲਾ ਕੌਣ ਹੋਣਾ ਚਾਹੀਦਾ? ਰੈਫਰੈਂਸ ਵਾਲਾ ਤੇ ਕੰਟੈਕਟਸ ਵਾਲਾ। ਉਹ ਬੰਦਾ ਇਸ ਮੁਲਕ 'ਚ ਰਹਿ ਜਾਵੇ। ਸਾਰੇ ਹੋ ਰਹੇ ਹਨ। ਜਿਹੜੇ ਮਾੜੇ ਲੋਕ ਨੇ, ਇਹ ਤਕਰੀਬਨ 90% ਤੋਂ ਉੱਤੇ ਦੀ ਮੈਂ ਗੱਲ ਕਰਨਾ ਪਿਆ। ਇਹਨਾਂ ਨੂੰ ਇਹ ਮੁਲਕ ਛੱਡ ਦੇਣਾ ਚਾਹੀਦਾ। ਇੱਥੇ ਰੁਲਦੇ ਰਹਿਣਗੇ। ਉਹ ਜਿਹੜਾ ਤਗੜਾ ਬੰਦਾ ਬੈਠਾ ਹੈ ਨਾ, ਜਿਹਦੇ ਰੈਫਰੈਂਸ ਤੇ ਕੰਟੈਕਟਸ ਹੈਗੇ ਨੇ, ਉਹ ਤਾਂ ਕਿਸੇ ਜਗ੍ਹਾ ਤੇ ਬੈਠਾ ਆਪਣਾ ਕੰਮ ਕਰਾ ਲੈਂਦਾ। ਵੱਡਾ ਬੰਦਾ, ਰੈਫਰੈਂਸ ਵਾਲਾ ਬੰਦਾ, ਕੰਟੈਕਟ ਵਾਲਾ ਬੰਦਾ ਇੰਜ ਕਰਕੇ ਕਵੇ ਨਾ ਮੇਰਾ ਇੱਕ ਕੰਮ ਹੈਗਾ, ਤੇ 200 ਬੰਦੇ ਸਾਡੇ ਨਾਲ ਦੇ ਹਾਜ਼ਰ ਹੋ ਜਾਂਦੇ ਨੇ ਕਿ ਸਰ ਸਾਨੂੰ ਦੱਸੋ। ਬਿਲਕੁਲ ਇੱਦਾਂ ਹੀ ਹੈ। ਮਾੜਾ ਬੰਦਾ ਹੋਵੇ ਨਾ, ਉਹ ਵਿਚਾਰਾ ਚੀਕਾਂ ਮਾਰਦਾ ਹੋਵੇ, ਉਹ ਮੈਂ ਮਰ ਗਿਆ ਜੇ, ਮੇਰੀ ਕੋਈ ਮਦਦ ਕਰ ਦੇ, ਕੋਈ ਨਹੀਂ ਸੁਣਦਾ। ਉਹਦੀ ਖਵਾਤੀਨ ਹਜ਼ਰਾਤ, ਇਹ ਸੱਚੀ ਗੱਲ ਹੈ। ਪ੍ਰੋਗਰਾਮ ਦਾ ਵਕਤ ਇਖਤਤਾਮ ਤੇ ਪਹੁੰਚਿਆ ਆਪਣੇ ਅੱਜ ਦੇ ਇਨਸਾਈਡਰ ਮੈਨ ਦਾ। ਮੈਂ ਬੜਾ ਹੈਰਾਨ ਪਰੇਸ਼ਾਨ ਹੈ ਕਿ ਮੁਬੱਯਨਾ ਤੌਰ ਤੇ ਕਰਪਸ਼ਨ ਕੀਤੀ ਜਾਂਦੀ। PM ਆਫਿਸ ਤੋਂ ਖਤ ਭੇਜਿਆ ਜਾਂਦਾ, ਇੱਕ ਪੂਰਾ ਡਾਕੂਮੈਂਟ ਭੇਜਿਆ ਜਾਂਦਾ ਜਿਹਦੇ ਵਿੱਚ 44 ਬੰਦਿਆਂ ਦੇ ਨਾਂ ਨੇ ਲੈਸਕੋ ਦੇ FIA ਦੇ, 14 FIA ਦੇ ਲੋਕ, 30 ਲੈਸਕੋ ਦੇ ਲੋਕ, ਵਿੱਚ ਜ਼ਿਕਰ ਪਰਟੀਕੂਲਰ ਲੋਕਾਂ ਦਾ ਨਾਮ ਬਾਕਾਇਦਾ ਮੈਂਸ਼ਨ ਕਰਿਆ ਗਿਆ। ਮੁਬੱਯਨਾ ਕਰਪਸ਼ਨ। ਸੋਹਣਿਓ ਸੱਜਣੋ ਤੇ ਮਿੱਤਰੋ, ਗੱਲ ਇਹ ਵੇ ਕਿ ਇੱਥੇ ਇੱਕ ਗਰੀਬ ਬੰਦਾ ਜੇ ਕੁੰਡਾ ਲਾ ਲਵੇ ਤੇ ਉਹਨੇ ਕੌਮੀ ਖਜ਼ਾਨੇ ਨਾਲ ਕਰਪਸ਼ਨ ਕੀਤੀ ਹੈ, ਉਹ ਕੌਮ ਦੀ ਬਿਜਲੀ ਚੋਰੀ ਕਰ ਰਿਹਾ। ਉਹਨੂੰ ਲੈਸਕੋ ਫੜਦਾ ਤੇ ਉਹਨੂੰ ਵਿੱਚ ਠੋਕ ਦਿੰਦਾ ਤੇ ਉਹਦੇ ਤੇ ਇੰਨਾ ਬਿੱਲ ਪਾਇਆ ਜਾਂਦਾ ਜਿੰਨਾ ਸ਼ਾਇਦ ਉਹਨੇ ਇਸਤੇਮਾਲ ਵੀ ਨਾ ਕਰਿਆ ਹੋਵੇ ਜਦੋਂ ਉਹ ਫੜਿਆ ਜਾਂਦਾ। ਠੀਕ ਹੈ, ਮੈਂ ਤੁਹਾਡੇ ਨਾਲ ਆਮ with you that if someone is stealing our property, he should be held accountable for this. But the thing is ਕਿ ਜਿਹੜੀ ਸ਼ੈ ਮੈਂ ਕਹਿਣਾ ਕਿ ਤੁਸੀਂ ਛੋਟੇ ਲੈਵਲ ਦੀ ਕਰਪਸ਼ਨ ਉੱਤੇ ਫੜ ਰਹੇ ਹੋ,
ਇਹ ਜਿਹੜੀ ਵੱਡੇ ਲੈਵਲ ਦੀਆਂ ਵੱਡੀਆਂ ਮਛਲੀਆਂ ਬੈਠੀਆਂ ਨੇ, ਇਹਨਾਂ ਨੂੰ ਕਿਹਨੇ ਢਕਣਾ? ਮਾਸੂਮਾਨਾ ਮੇਰਾ ਸਵਾਲ ਹੈ, ਮਾਸੂਮਾਨਾ ਮੇਰੀ ਗੁਜ਼ਾਰਿਸ਼ ਹੈ ਹਕੂਮਤ ਪਾਕਿस्तान ਤੋਂ, मोहतरमा मरियम नवाज साहिबा तो, ठीक है, ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਤੋਂ, ਪ੍ਰਾਈਮ ਮਿਨਿਸਟਰ ਤੋਂ ਸਾਡੇ, ਕਿ ਤੁਸੀਂ ਇਹ ਇੱਕ ਖੱਤ ਤੇ ਭਿਜਵਾਤਾ। ਹੁਣ ਇਸ ਖੱਤ ਤੇ ਡਾਕੂਮੈਂਟ ਤੇ ਅਮਲ ਦਰਾਮਦ ਵੀ ਹੋਣਾ ਚਾਹੀਦਾ ਹੈ, ਕਿਉਂਕਿ ਜੇ ਇਹਦੇ ਤੇ ਅਮਲ ਦਰਾਮਦ ਨਾ ਹੋਇਆ ਨਾ, ਤੇ ਮੇਰੇ ਮੁਆਸ਼ਰੇ ਦਾ ਉਹ ਗਰੀਬ ਤਬਕਾ ਜਿਹਦੀ ਤਨਖਾਹ 20 25 30 ਹਜ਼ਾਰ ਹੈ ਨਾ, ਤੇ ਉਹਨੂੰ ਆਪਣਾ ਛੋਟਾ ਜਿੰਨਾ ਕੰਮ ਕਰਾਉਣ ਵਾਸਤੇ 10 12 15 ਹਜ਼ਾਰ ਰੁਪਈਏ ਆਪਣੀ ਜੇਬੋਂ ਕੱਢਣਾ ਪੈਂਦਾ ਲੋਕਾਂ ਨੂੰ ਦੇਣ ਵਾਸਤੇ, ਤੇ ਉਹਦੀ ਜੇਬ 'ਚ ਰਹਿੰਦਾ ਕੁਝ ਨਹੀਂ, ਉਹਦਾ ਬੇੜਾ ਗਰਕ ਹੋ ਜਾਣਾ। ਤੇ ਮੇਰੀ ਤੁਹਾਡੇ ਤੋਂ ਦਰਖਾਸਤ ਹੈ, ਤੁਸੀਂ ਹਾਕਿਮ ਹੋ, ਦੌਰੇ ਹਾਕਿਮ ਹੋ, ਵਕਤ ਦੇ ਹਾਕਿਮ ਹੋ ਇਸ ਟਾਈਮ, ਤੇ ਖੁਦਾਰਾ ਆਪਣੀ ਸਲਾਹੀਅਤਾਂ ਦਾ ਇਸਤੇਮਾਲ ਕਰੋ। ਅੱਲਾ ਤੁਹਾਨੂੰ ਵੀ ਹਿਦਾਇਤ ਦੇਵੇ, ਸਾਨੂੰ ਵੀ ਹਿਦਾਇਤ ਦੇਵੇ, ਤੇ ਕੌਮ ਦੇ ਮੁਆਸ਼ਰੇ ਨੂੰ ਬਚਾਓ ਯਾਰ। ਵਰਨਾ ਪਾਕਿਸਤਾਨ ਦੇ ਵਿੱਚ ਜਿੱਦਾਂ ਖਾਨ ਸਾਹਿਬ ਨੇ ਕਿਹਾ ਹੈ ਕਿ ਗਰੀਬ ਬੰਦੇ ਦੀ ਜ਼ਿੰਦਗੀ ਕੋਈ ਨਹੀਂ, ਮਾੜਾ ਬੰਦਾ 90-95% ਬੰਦਾ ਇੱਥੇ ਹੀ ਔਰ ਸ਼ੀ ਕੈਨ ਨਾਟ ਸਰਵਾਈਵ। ਇੱਥੇ ਲਿੰਕ ਉਹਦੇ ਨੇ, ਇੱਥੇ ਜ਼ੋਰ ਉਹਦਾ ਜਿਹਦੇ ਕੋਲ ਤਾਲਕ ਨੇ, ਜਿੱਦਾਂ ਖਾਨ ਸਾਹਿਬ ਕੋਲ ਤਾਲਕ ਨੇ, ਖਾਨ ਸਾਹਿਬ ਅੱਜ ਵੀ ਸਰਵਾਈਵ ਕਰਨੇ ਨੇ ਸਹਾਫਤੀ ਫੀਲਡ ਦੇ ਵਿੱਚ। ਜੇ ਨਾ ਹੁੰਦੇ ਇੱਥੇ ਖਾਨ ਸਾਹਿਬ, ਇੱਥੇ ਨਾ ਹੁੰਦੇ, ਤੇ ਮੈਂ ਖਾਨ ਸਾਹਿਬ ਕੋਲ ਨਾ ਹੁੰਦਾ। अपना ख्याल रखो, इख्तिताम पे पहुंचे वक्त, ते सोचना ज़रूर। अल्लाह ने